ਪਟਿਆਲਾ ਲੋਕ ਸਭਾ ਹਲਕਾ ਪੰਜਾਬ ਦੀ ਸਿਆਸੀ ਫਿਜ਼ਾ 'ਚ ਅਹਿਮ ਰਿਹਾ ਤੇ ਇਸ ਵਾਰ ਇਸ ਹਲਕੇ ਦੀ ਅਹਿਮੀਅਤ ਹੋਰ ਵੱਧ ਗਈ ਹੈ। ਲਿਹਾਜ਼ਾ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਹਲਕੇ ਤੇ ਜਿੱਤ ਦਰਜ ਕਰਵਾਉਣਾ ਚਾਹਣਗੇ ਤਾਂ ਦੂਜੇ ਪਾਸੇ ਵਿਰੋਧੀ ਦਲ ਵੀ ਕਿਸੇ ਵੱਡੇ ਉਲਟਫੇਰ ਦੀ ਉਡੀਕ ਕਰਨਗੇ। ਜੇਕਰ ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ ਤੇ ਨਜ਼ਰ ਮਾਰੀ ਜਾਵੇ 2017 ਦੇ ਅੰਕੜਿਆਂ ਮੁਤਾਬਕ ਇਸ ਹਲਕੇ ਦੇ ਕੁੱਲ ਵੋਟਰ 16,32,290 ਜਿਨ੍ਹਾਂ ਵਿੱਚ ਮਰਦ ਵੋਟਰਾਂ ਦੀ ਗਿਣਤੀ 8,61,434 ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 7,70,801 ਜਦੋਂ ਕਿ 55 ਥਰਡ ਜੈਂਡਰ ਵੋਟਰ ਵੀ ਸ਼ਾਮਲ ਨੇ। ਜਦੋਂ ਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਤਕਰੀਬਨ 65 ਤੋਂ 75,000 ਦੇ ਕਰੀਬ ਨਵੇਂ ਵੋਟਰਾਂ ਦਾ ਨਾਮ ਦਰਜ ਹੋ ਸਕਦਾ ਹੈ ਜੋ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪਟਿਆਲਾ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਨੇ। ਜੇਕਰ 2017 ਵਿਧਾਨ ਸਭਾ ਚੋਣਾਂ ਤੇ ਨਜ਼ਰ ਮਾਰੀਏ ਤਾਂ 7 ਹਲਕਿਆਂ ਸਮਾਣਾ, ਘਨੌਰ, ਰਾਜਪੁਰਾ, ਪਟਿਆਲਾ ਸ਼ਹਿਰੀ ਤੇ ਦਿਹਾਤੀ, ਸ਼ੁਤਰਾਣਾ ਅਤੇ ਨਾਭਾ ਵਿੱਚ ਕਾਂਗਰਸੀ ਉਮੀਦਵਾਰ ਜੇਤੂ ਰਹੇ, ਜਦੋਂ ਕਿ 2 ਹਲਕਿਆਂ ਡੇਰਾਬੱਸੀ ਅਤੇ ਸਨੌਰ ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ। ਜਦੋਂ ਕਿ ਤੀਜੀ ਧਿਰ ਆਮ ਆਦਮੀ ਪਾਰਟੀ ਦਾ 2014 ਵਾਲਾ ਜਾਦੂ ਨਾ ਚੱਲ ਪਾਇਆ ਤੇ ਕੋਈ ਵੀ ਉਮੀਦਵਾਰ ਵਿਧਾਨ ਸਭਾ ਦੀ ਚੌਖੜ ਤੇ ਨਹੀਂ ਪਹੁੰਚ ਸਕਿਆ। ਜੇਕਰ ਇਸ ਹਲਕੇ ਦੇ ਹੁਣ ਤੱਕ ਦੇ ਸਿਆਸੀ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਸ ਹਲਕੇ ਦੇ ਕਈ ਵਾਰ ਨਤੀਜੇ ਉਲਟਫੇਰ ਵਾਲੇ ਰਹੇ। ਇਸ ਉਲਟਫੇਰ ਦਾ ਸ਼ਿਕਾਰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਪਰਨੀਤ ਕੌਰ ਰਹੇ। ਪਰ ਇਸ ਵਾਰ ਦੀ ਸਿਆਸੀ ਬਸਾਤ ਤੇ ਹਰ ਸਿਆਸੀ ਜਮਾਤ ਵੱਲੋਂ ਜਿੱਤ ਦੇ ਬੂਹੇ ਤੱਕ ਪਹੁੰਚਣ ਦੀ ਹਰ ਕੋਸ਼ਿਸ਼ ਹੋ ਰਹੀ ਹੈ। ਪਰ ਪੰਜਾਬ ਦੀ ਬਦਲੀ ਹੋਈ ਸਿਆਸੀ ਫਿਜ਼ਾ ਵਿੱਚ ਕਿਹੜਾ ਸਿਆਸੀ ਦਲ ਪਟਿਆਲਾ ਦੇ ਕਿਲੇ ਨੂੰ ਫਤਿਹ ਕਰੇਗਾ, ਇਸ ਦਾ ਜਵਾਬ 23 ਮਈ ਨੂੰ ਮਿਲੇਗਾ। ਪਰ ਵਿਕਾਸ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਕਿਸਾਨ ਕਰਜ਼ ਮੁਆਫੀ ਵਾਲੇ ਵਾਅਦੇ ਵੀ ਇਸ ਹਲਕੇ ਦੇ ਚੋਣ ਨਤੀਜਿਆਂ ਨੂੰ ਜ਼ਰੂਰ ਪ੍ਰਭਾਵਿਤ ਕਰ ਸਕਦੇ ਨੇ। ਬਿਊਰੋ ਰਿਪੋਰਟ, ਪੀਟੀਸੀ ਨਿਊਜ਼। स्वागत है पीटीसी न्यूज़ विच। मैं हाँ गगनदीप आहूजा, लेके आए हाँ चोण चर्चा का एक नवा चैप्टर पटियाला तो शाही शहर पटियाला और मुख मंत्री पंजाब के कैप्टन अमरिंदर सिंह का जद्दी जिला है। गल करांगे ते चोण चर्चा करांगे, वक्-वक् उम्मीदवारों के जिहड़े नुमाइंदे इत्थे पहुंचे ने उन्हां नाल गलबात करांगे। तुहानूं दस दईए इत्थों कांग्रेस तो महाराणी परनीत कौर इलैक्शन लड़ रहे हैं, अकाली दल तो श्रोमणी अकाली दल तो सुरजीत सिंह रखड़ा, पीडीए तो डॉक्टर धर्मवीर गांधी लड़ रहे हैं और आम आदमी पार्टी तो नीना मित्तल इत्थों इलैक्शन लड़ रहे हैं। कुल मिला के 25 कैंਡੀਡੇਟ इत्थे उम्मीदवार इत्थे हैगे ने। गल करांगे, तुहानूं तारुफ करावांगे। सब तो पहला एक प्रोफैसर निर्मल सिंह हैगे ने, बहुत आर्थिक मामलों के माहिर है, वो साडे नाल मौजूद हैगे ने। उस तो इलावा जथेबंदियां दे नुमाइंदे भी साडे नाल मौजूद ने। अकाली दल तो साडे नाल नुमाइंदगी कर रहे हैं सुरजीत सिंह अबलोवाल ते मेयर अमरिंदर बजाज अजय थापर कर रहे हैं। आम आदमी पार्टी तो प्रदीप जोसन ते उन्हां दे नाल साथी ने चैतन्या, एडवोकेट चैतन्या डॉक्टर गांधी के उम्मीदवार ने और कांग्रेस पार्टी तो महाराणी परनीत कौर के खास सहयोगी जिहड़े ने हरविंदर निप्पी उन्होंने नुमाइंदगी कर रहे हैं। पटियाले विच की मुद्दे रहने वाले ने, मैं विकास के कार्य तुहानूं गिना दिंदा। सब तो पहला पटियाले जो इन्ने साल की लोगों की डिमांड सी 66 केवी का नवा ग्रिड बन रहा है और जो 56 करोड़ रुपए के जोड़े काम ने डिवेलपमेंट के सारे शहर जोड़े 10 साल के अकाली भाजपा सरकार ने पटियाले इट नहीं सी लाई, वो काम चल रहे हैं क्योंकि डिवेलपमेंट की इन्नी ज़्यादा लोड़ सी। पिछले 10 साल के पटियाले का मतरी मामला सलूक होया सीगा। मैं एक मिनट एक दूजा टैक लैना, विरोधी धिर तो लैना। विरोधी धिर जी असैंबली जाएगी आम आदमी पार्टी, उन्होंने जानने की कोशिश करते हैं भी जो डिवेलपमेंट इतने पटियाले में हो रही है, तुम संतुष्ट है? ਪਟਿਆਲੇ 'ਚ ਕਿਸ ਚੀਜ਼ ਦੀ ਡਿਵੈਲਪਮੈਂਟ ਆ ਜੀ? ਮੈਨੂੰ ਇੱਕ ਪਾਸੇ ਜਿਹੜਾ ਪੁਰਾਣਾ ਸ਼ਹਿਰ ਹੈਗਾ ਪਟਿਆਲੇ ਦਾ, ਤੁਸੀਂ ਚਾਂਦਨੀ ਚੌਂਕ ਜਾ ਕੇ ਚਲੇ ਜਾਓ, ਜੇ ਅੱਧਾ ਘੰਟਾ ਬਾਰਿਸ਼ ਪੈ ਜੇ ਤਾਂ ਉੱਥੇ ਕਿਸ਼ਤੀਆਂ ਛੱਡਣੀਆਂ ਪੈਂਦੀਆਂ ਨੇ। ਇਹ ਹਾਲਾਤ ਪਟਿਆਲੇ ਦੇ ਹੈਗੇ ਆ। ਜੇ ਤੁਸੀਂ 2 ਸੜਕਾਂ ਜਿਹੜੀਆਂ ਬਣਾਈਆਂ ਹੋਈਆਂ ਨੇ, ਜਿਹੜੇ ਜਿੱਥੇ ਹੁਣ ਕੰਮ ਚੱਲ ਰਿਹਾ, ਕਿਸੇ ਪਾਸੇ ਕਿਸੇ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਨਹੀਂ। ਉਹ ਪੁਰਾਣੀਆਂ ਸੜਕਾਂ ਜਿਹੜੀਆਂ ਨਵੀਆਂ ਚੰਗੀਆਂ ਨੇ ਉਹ ਪੱਟ ਕੇ ਬਣਾਈ ਜਾਂਦੇ ਆ ਔਰ ਕਾਂਗਰਸੀ ਐਮਸੀ ਨੇ ਉਹਨਾਂ ਦੇ ਵਾਰਡਾਂ 'ਚ ਕੰਮ ਹੋਈ ਜਾਂਦਾ। ਮੈਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਆ ਪਟਿਆਲੇ 'ਚ। ਅਕਾਲੀ ਦਲ ਤੋਂ ਟੇਕ ਲੈਂਦੇ ਆ, ਫਾਰਮਰ ਮੇਅਰ ਸਾਡੇ ਨਾਲ ਮੌਜੂਦ ਨੇ। ਮੈਂਬਰ ਪਾਰਲੀਮੈਂਟ ਬਣ ਕੇ ਕਿਸੇ ਨੇ ਕੀ ਕਰਨਾ ਹੈ? ਮਹਾਰਾਣੀ ਪਰਨੀਤ ਕੌਰ ਪਹਿਲਾਂ 3 ਵਾਰ ਮੈਂਬਰ ਪਾਰਲੀਮੈਂਟ ਬਣ ਲਏ, 15 ਸਾਲ, 10 ਸਾਲ ਸੈਂਟਰ ਦੇ ਵਿੱਚ ਸਰਕਾਰ ਇਹਨਾਂ ਦੀ ਰਹੀ, 5 ਸਾਲ ਉਹ ਮੰਤਰੀ ਰਹੇ। ਅਸੀਂ ਪਹਿਲਾਂ ਉਹਦਾ ਹਿਸਾਬ ਪੁੱਛਣਾ ਚਾਹੁੰਦੇ ਹਾਂ ਵੀ ਉਹਦੇ ਵਿੱਚ ਉਹਨਾਂ ਨੇ ਕੀ ਪਟਿਆਲੇ ਲਈ ਕੰਮ ਕਰਿਆ। ਪਟਿਆਲੇ ਦੇ ਵਿੱਚ ਕੋਈ ਇੱਕ ਵੀ ਕਿਤੇ 500 ਬੱਚੇ ਨੂੰ ਵੀ ਰੁਜ਼ਗਾਰ ਦੇ ਲਈ ਕੋਈ ਪ੍ਰੋਜੈਕਟ ਲਿਆਂਦਾ?
ਪਟਿਆਲੇ ਲਈ ਕਾਂਗਰਸ ਵਾਲੇ ਮੇਰੇ ਵੀਰ ਦੱਸ ਦੇਣ ਵੀ ਕੋਈ ਉਹਨਾਂ ਨੇ ਕੰਮ ਕਰਿਆ ਹੋਵੇ। ਏਡੀ ਵੱਡੀ ਤਾਕਤ ਰਹਿਣ ਦੇ ਬਾਵਜੂਦ ਹੁਣ ਤਾਂ ਸੈਂਟਰ 'ਚ ਸਰਕਾਰ ਵੀ ਉਹਨਾਂ ਦੀ ਨਹੀਂ ਬਣਨੀ। ਜਿਹੜਾ 3 ਵਾਰ ਬਣ ਲਿਆ ਉਹਨੂੰ ਲੋਕ ਕਿਉਂ ਵੋਟ ਪਾਉਣਗੇ? ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਜੋ ਹੁਣ ਪੀਡੀਏ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਨੇ, ਉਹਨਾਂ ਦੇ ਨੁਮਾਇੰਦੇ ਵੀ ਆਏ ਨੇ। 5 ਸਾਲ ਉਹਨਾਂ ਨੇ ਮੈਂਬਰ ਪਾਰਲੀਮੈਂਟ ਇੱਥੇ ਬਿਤਾਈ ਆ। ਉਹਨਾਂ ਨੂੰ ਜਾਣਦੇ ਵੀ ਕੀ ਵਿਕਾਸ ਦੇ ਕਾਰਜ, ਜਿਵੇਂ ਅਵਲੋਵਾਲ ਸਾਹਿਬ ਨੇ ਰੇਜ਼ ਕੀਤਾ, ਕੀ ਵਿਕਾਸ ਦੇ ਕਾਰਜ ਡਾਕਟਰ ਗਾਂਧੀ ਨੇ ਇੱਥੇ ਕੀਤੇ ਨੇ? ਡਾਕਟਰ ਗਾਂਧੀ ਨੇ ਜੀ ਤੁਹਾਡੇ ਸਾਹਮਣੇ ਜੋ ਵੀ ਵਿਕਾਸ ਦੇ ਕਾਰਨ ਕੀਤੇ ਨੇ ਉਹ ਸਾਰੇ ਇਸ ਟਾਈਮ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਸਾਰੇ ਇੰਪਲੀਮੈਂਟ ਕੀਤੇ ਹੋਏ ਨੇ। ਤੁਹਾਨੂੰ ਸ਼ਾਰਟਸ ਫਿਰ ਵੀ ਦੱਸ ਦਿੰਦਾ, ਜਿਵੇਂ ਇੱਕ ਛੋਟਾ ਜਿਹਾ ਇਸ਼ੂ ਸੀਗਾ ਆਪਣਾ ਰੇਲ ਲਿੰਕ ਡਬਲ ਕਰਾਉਣ ਦਾ, ਡਾਕਟਰ ਗਾਂਧੀ ਨੇ ਉਹ ਮੁੱਦਾ ਇਕੁਅਲ ਕੀਤਾ। ਉਸ ਤੋਂ ਬਾਅਦ ਇੱਕ ਰਾਜਪੁਰੇ ਤੋਂ ਮੋਹਾਲੀ ਤੱਕ ਦਾ ਸਿਰਫ 24 ਕਿਲੋਮੀਟਰ ਦਾ ਟੋਟਾ ਸੀਗਾ ਜਿਹੜਾ ਕਿ ਇੰਨੇ ਸਾਲ ਤੋਂ ਪੈਂਡਿੰਗ ਪਿਆ ਹੈ। ਤੁਸੀਂ ਡਾਇਰੈਕਟਲੀ ਬਠਿੰਡਾ ਤੋਂ ਸਿੱਧਾ ਚੰਡੀਗੜ੍ਹ ਲੋਕਾਂ ਦੀ ਸਹੂਲਤਾਂ ਵੱਧ ਸਕਦੀਆਂ। ਡਾਕਟਰ ਗਾਂਧੀ ਨੇ ਉਸ ਪ੍ਰੋਜੈਕਟ ਸੈਂਟਰ ਗਵਰਨਮੈਂਟ ਤੋਂ ਪਾਸ ਕਰਾਇਆ। 1 ਕਰੋੜ 98 ਲੱਖ ਦਾ ਉਹ ਉਹਨਾਂ ਤੋਂ ਪਲਾਂਟ ਸੈਂਕਸ਼ਨ ਕਰਾਈ। ਉਸ ਤੋਂ ਬਾਅਦ ਗਵਰਨਮੈਂਟ ਸਕੂਲਸ, ਸਾਰੇ ਗਵਰਨਮੈਂਟ ਸਕੂਲਸ ਉਹਨਾਂ ਨੇ 12 ਕਰੋੜ ਸਮਥਿੰਗ ਅਮਾਊਂਟ ਉਹਨਾਂ ਨੇ ਡਿਸਟ੍ਰੀਬਿਊਟ ਕੀਤੀ ਹੈ ਜੀ। ਉਹ ਸਾਰੀ ਅਮਾਊਂਟ ਟਾਇਲਟਸ ਤੇ ਆਰਓ ਵਾਟਰ ਤੇ ਯੂਜ਼ ਹੋਈ ਹੈ। ਐਮਪੀ ਉਹਨਾਂ ਦੇ ਇਹ ਕੰਮ ਨੇ। ਉਸ ਤੋਂ ਬਾਅਦ ਉਹਨਾਂ ਨੇ ਹੋਰ ਇਹਦੇ ਰਿਗਾਰਡਿੰਗ ਨਾਲ ਉਹਨਾਂ ਨੇ ਬੀੜਾਂ ਦੀ ਫੈਂਸਿਸ ਲਵਾਈ ਹੈ। ਉਸ ਤੋਂ ਬਾਅਦ ਸਾਰੇ ਜਿੰਨੇ ਵੀ ਆਪਣੇ ਪਿੰਡਾਂ ਨੇ ਉਹਨਾਂ 'ਚ ਸ਼ਮਸ਼ਾਨ ਘਾਟਾਂ ਅਲਾਟ ਕੀਤੀਆਂ, ਛੋਟੇ ਜਿਮਸ ਜੋ ਵੀ ਐਮਪੀ ਲੈਟ ਦੇ ਅੰਡਰ ਆਉਂਦੇ ਨੇ। ਈਵਨ ਕਿ ਤੁਸੀਂ ਬਿਲੀਵ ਨਹੀਂ ਕਰੋਗੇ ਜੀ, ਰਿਗਾਰਡਿੰਗ ਇੱਕ ਐਮਪੀ ਦੇ ਅੰਡਰ ਤੁਸੀਂ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਤੋਂ ਨਾ, ਜੇ ਕਿਸੇ ਨੇ ਕੋਈ ਗਵਰਨਮੈਂਟ ਹਸਪੀਟਲ 'ਚ ਆਪਣਾ ਇਲਾਜ ਕਰਾਉਣਾ ਹੈ, ਇੰਨੀ ਬੜੀ ਕੋਈ ਵੀ ਸਫਰਿੰਗ ਫਰੋਮ ਵੀ ਕੋਈ ਮੇਜਰ ਹਾਰਟ ਡਿਸੀਜ਼, ਕੋਈ ਲਗਾ ਲਓ ਜਿਸ ਨੇ ਬੋਨ ਮੈਰੋ, ਐਮਪੀ ਦਾ ਫਰਜ਼ ਹੁੰਦਾ ਐਮਪੀ ਦਾ। ਗੱਲ ਕਰਾਂਗੇ ਨਿੱਪੀ ਜੀ ਤੋਂ, ਲਾਂਗੇ ਪੁਆਇੰਟ ਨਿੱਪੀ ਤੋਂ ਜਾਣਾਂਗੇ। ਨਿੱਪੀ ਜੀ, ਜਿਵੇਂ ਗੱਲ ਕੀਤੀ 15 ਸਾਲ ਦਾ ਪਰਨੀਤ ਕੌਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਗੱਲ ਇਹ ਆ ਵੀ ਇਹ ਤਾਂ ਬਿਲਕੁਲ ਜਵਾਬ ਹੈ ਇਹਨਾਂ ਦਾ। ਮੇਰਾ ਜਵਾਬ ਤਾਂ ਇਹ ਹੈ ਵੀ 500 ਕਰੋੜ ਦਾ ਪ੍ਰੋਜੈਕਟ ਫੁੱਟਵੀਅਰ ਦਾ ਜਿਹੜਾ ਪ੍ਰੋਜੈਕਟ ਹੈ ਬਨੂੜ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ ਲੈ ਕੇ ਆਏ ਨੇ। ਉਹਦੇ ਵਿੱਚ 1000 ਬੱਚੇ ਨੂੰ ਟ੍ਰੇਨਿੰਗ ਮਿਲੀ ਜਾਂਦੀ ਆ 1 ਸਾਲ ਦੀ, ਔਰ ਉਹਨਾਂ ਨੂੰ 1000 ਬੰਦੇ ਨੂੰ ਨੌਕਰੀ ਮਿਲਦੀ ਹੈ। ਔਰ ਇਹਨਾਂ ਦੇ ਜੋ ਇਹ ਗੱਲ ਕਹਿ ਰਹੇ ਸਰ ਸੁਰਜੀਤ ਸਿੰਘ ਜੀ ਰੱਖੜਾ ਇੱਥੋਂ ਮੰਤਰੀ ਰਹੇ ਨੇ, ਉਹਨਾਂ ਨੂੰ ਦੱਸਣ ਵੀ 10 ਸਾਲ ਦੇ ਵਿੱਚ ਉਹਨਾਂ ਨੇ ਪਟਿਆਲੇ ਦਾ ਕੀ ਕੀਤਾ। ਉਹਨਾਂ ਨੇ ਪੰਜਾਬ ਸਰਕਾਰ ਦੇ ਮੰਤਰੀ ਰਹੇ ਨੇ, ਸਾਰਿਆਂ ਨੂੰ ਪਤਾ ਹੈ। ਔਰ ਕੈਬਨਿਟ ਦੇ ਵਜ਼ੀਰ ਸੀ ਪੰਜਾਬ ਦੇ ਮਹਾਰਾਣੀ ਪ੍ਰਨੀਤ ਕੌਰ ਜੀ ਨੇ। ਜਿੰਨੀ ਪਟਿਆਲੇ ਦੀ ਡਿਵੈਲਪਮੈਂਟ ਕਰਾਈ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਹੀ ਕਰਵਾਈ ਹੈ। ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਸਟੇਟ ਦੀ ਡਿਵੈਲਪਮੈਂਟ ਹੁੰਦੀ ਹੈ, ਸਟੇਟ ਦਾ ਵੀ ਮੁੱਦੇ ਭਾਰੀ ਰਹਿਣਗੇ, ਜਿਵੇਂ ਤੁਸੀਂ ਪੁੱਛ ਰਹੇ ਹੋ ਸੁਰਜੀਤ ਸਿੰਘ ਰੱਖੜਾ ਉਹਨਾਂ ਤੋਂ ਵੀ ਕੀ ਕੰਮ ਕੀਤੇ ਹੈਗੇ ਨੇ? ਹਾਂਜੀ, ਬਿਲਕੁਲ ਸਟੇਟ ਦੇ ਮੁੱਦੇ ਵੀ ਨਾਲ ਭਾਰੀ ਰਹਿੰਦੇ ਨੇ ਜੀ। ਠੀਕ ਹੈ, ਇਸ ਇਲੈਕਸ਼ਨ ਵੀ ਭਾਰੀ ਰਹਿਣਗੇ? ਹਾਂਜੀ, ਬਿਲਕੁਲ ਰਹਿਣਗੇ ਜੀ। ਮੇਅਰ ਸਾਹਿਬ ਹੈਗੇ ਨੇ, ਸਾਬਕਾ ਮੇਅਰ ਅਮਰਿੰਦਰ ਬਜਾਜ। ਬਜਾਜ ਸਾਹਿਬ, ਕਿੰਨੇ ਕੁ ਮੁੱਦੇ ਰਾਜ ਦੇ ਭਾਰੀ ਰਹਿਣਗੇ? ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਮੁੱਦਾ ਚੱਕਿਆ ਕਿ 66 ਕੇਵੀ ਦਾ ਗ੍ਰਿਡ ਲੈ ਕੇ ਆਏ। 66 ਕੇਵੀ ਦਾ ਗ੍ਰਿਡ ਕੀ ਚੀਜ਼ ਹੁੰਦੀ ਹੈ ਇੱਕ ਸ਼ਹਿਰ ਵਾਸਤੇ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 5 ਨਵੇਂ ਥਰਮਲ ਪਲਾਂਟ ਲਗਾ ਕੇ ਪੰਜਾਬ ਨੂੰ ਇੰਡੀਆ ਦਾ ਪਹਿਲਾ ਪਾਵਰ ਸਰਪਲਸ ਸੂਬਾ ਬਣਾ ਦਿੱਤਾ। ਕਿੰਨੀ ਵੱਡੀ ਉਹਨਾਂ ਨੇ ਦੇਣ ਦਿੱਤੀ। ਕਿੱਥੇ ਤਾਂ ਛੋਟੇ ਜਿਹੜੇ ਵਪਾਰੀ ਹੈ, ਕਿਸੇ ਦੀ ਫੋਟੋਸਟੈਟ ਮਸ਼ੀਨ ਨਹੀਂ ਸੀ ਚੱਲਦੀ, ਕਿਸੇ ਦੀ ਸਿਲਾਈ ਵਾਲੇ ਦੀ ਦਰਜੀ ਦੀ ਮਸ਼ੀਨ ਨਹੀਂ ਸੀ ਚੱਲਦੀ। 12-12 ਘੰਟੇ ਦੇ ਲੋਕ ਕੱਟਾਂ ਦੇ ਵਿੱਚ ਰਹਿੰਦੇ ਸੀ। ਜੇ ਇਹ ਤੁਸੀਂ ਰਿਕਾਰਡ ਹੈ ਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣੀਆਂ, ਇਹਨਾਂ ਨੇ ਇੱਕ ਵੀ ਮੈਗਾਵਾਟ ਜਿਹੜੀ ਬਿਜਲੀ ਪੈਦਾ ਨਹੀਂ ਕੀਤੀ। ਪਾਵਰ ਸਰਪਲਸ ਜੇ ਪੰਜਾਬ ਹੋਇਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਦੇ ਨਾਲ ਹੋਇਆ। ਮੇਰਾ ਸਵਾਲ ਸੀ ਵੀ ਉਹਨਾਂ ਨੇ ਕਿਹਾ ਵੀ ਸਟੇਟ ਦੇ ਜਿਹੜੇ ਮੁੱਦੇ ਨੇ ਕੰਮ ਕਰਨ ਦੇ ਗਵਰਨਮੈਂਟ ਦੇ, ਪ੍ਰੈਜ਼ੀਡੈਂਟ ਗਵਰਨਮੈਂਟ ਜਿਵੇਂ 2.5 ਸਾਲ ਸਰਕਾਰ ਨੂੰ ਹੋ ਗਏ, ਉਹ ਵੀ ਮੁੱਦੇ ਭਾਰੀ ਰਹਿਣਗੇ। ਤੇ ਝੂਠ ਬੋਲ ਕੇ ਸਰਕਾਰ ਬਣਾ ਲਈ, ਘਰ ਨੌਕਰੀ ਦੇਵਾਂਗੇ। ਮੈਂ ਤਾਂ ਇੱਥੇ ਕਹਿੰਦਾ ਜਿੰਨੇ ਇੱਥੇ ਲੋਕ ਆਏ ਆ ਸਾਰਿਆਂ ਨੂੰ ਲੱਡੂ ਵੰਡੋ, ਸਭ ਦੇ ਘਰ ਨੌਕਰੀ ਮਿਲ ਗਈ ਅੱਜ। ਸਭ ਦੇ ਸਾਰੇ ਕਿਸਾਨ ਵੀਰਾਂ ਦੇ ਸਾਡੇ ਕਰਜ਼ੇ ਮਾਫ ਹੋ ਗਏ। ਜਿਹੜੇ ਬਜ਼ੁਰਗ ਸੀ ਜਿਹਨੂੰ 500 ਰੁਪਏ ਪੈਨਸ਼ਨ ਮਿਲਦੀ ਹੈ, ਜੇ ਉਸ ਬਜ਼ੁਰਗ ਨੂੰ ਕਹਿਤਾ ਕਿ 2500 ਰੁਪਏ ਤੈਨੂੰ ਪੈਨਸ਼ਨ ਦੇਵਾਂਗੇ, ਤਾਂ ਕਿੱਥੇ ਗਈ ਉਹ ਪੈਨਸ਼ਨ? ਵਿਚਾਰੇ ਬਜ਼ੁਰਗਾਂ ਨੇ ਦਵਾਈ ਲੈਣੀ ਹੈ, ਕੁਝ ਆਪਣੇ ਇਲਾਜ ਦੇ ਪੈਸੇ ਲਾਣੇ ਆ, ਉਹ ਤਾਂ 2500 ਦੇ ਕੇ ਉਹਨਾਂ ਨੇ ਵੋਟਾਂ ਪਾਤੀਆਂ। ਹੋਰ ਗੱਲ ਕਰਾਂਗੇ ਇੱਥੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਉਹਨਾਂ ਨੂੰ ਜਾਣਦੇ ਆ ਵੀ ਸਟੇਟ ਦੇ ਮੁੱਦੇ ਵੀ ਭਾਰੀ ਰਹਿਣਗੇ। ਐਮਪੀ ਦੀ ਇਲੈਕਸ਼ਨ ਹੋ ਰਹੀ ਹੈ, ਬਿਲਕੁਲ ਭਾਰੀ ਰਹਿਣਗੇ ਜੀ। ਐਮਪੀ ਦੀ ਇਲੈਕਸ਼ਨ ਹੋਵੇ ਚਾਹੇ ਵਿਧਾਨ ਸਭਾ ਦੇ ਇਲੈਕਸ਼ਨ ਹੋਣ, ਮੁੱਦੇ ਉਹੀ ਹੁੰਦੇ ਆ। ਕਿਉਂਕਿ ਪਿਛਲੇ 70 ਸਾਲਾਂ ਤੋਂ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆ, ਚਾਹੇ ਉਹ ਅਕਾਲੀ ਦਲ ਹੈਗੀ ਆ ਚਾਹੇ ਉਹ ਕਾਂਗਰਸ ਹੈਗੀ ਆ। ਕਾਂਗਰਸ ਪਿਛਲੇ 2.5 ਸਾਲ ਪੂਰਾ ਝੂਠ ਬੋਲ ਕੇ 2 ਸਾਲ ਸਵਾ 2 ਸਾਲ ਤੋਂ ਸਰਕਾਰ ਬਣਾਈ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, 4 ਹਫ਼ਤਿਆਂ 'ਚ ਅਸੀਂ ਨਸ਼ਾ ਬੰਦ ਕਰਵਾ ਦੇਵਾਂਗੇ। ਬਿਜਲੀ ਦੀ ਗੱਲ ਕਰ ਲਈਏ, ਬਿਜਲੀ ਦਾ ਰੇਟ ਇੱਥੇ 9.5 ਰੁਪਏ ਯੂਨਿਟ ਹੈਗਾ, ਜਿਹਨੂੰ ਸਰਪਲਸ ਬਿਜਲੀ ਦੀ ਗੱਲ ਕਰਦੇ ਆ। ਦਿੱਲੀ 'ਚ 1 ਰੁਪਏ ਯੂਨਿਟ ਬਿਜਲੀ ਮਿਲਦੀ ਆ। ਮੈਨੂੰ ਦੱਸ ਦੇਣੇ ਸਰਪਲਸ ਬਿਜਲੀ ਕੀ ਹੋਊਗੀ, ਕੀ ਹੁੰਦਾ ਸਰਪਲਸ? ਗਾਂਧੀ ਦੇ ਨੁਮਾਇੰਦੇ ਐਡਵੋਕੇਟ ਚੈਤਨਿਆ ਹੈਗੇ ਨੇ, ਉਹਨਾਂ ਜਾਣਾ, ਉਹਨਾਂ ਦਾ ਕੀ ਟੇਕ ਹੈ ਇਸ ਬਾਰੇ? ਮੇਰਾ ਜੀ ਇਹੀ ਹੈ, ਮੈਂ ਜਿੰਨੀ ਡਿਵੈਲਪਮੈਂਟ ਦੇਖੀ ਹੈ, ਤੁਸੀਂ ਲਾਸਟ ਟੈਨਿਓਰ ਦੇਖ ਲਓ ਆਪਣਾ ਕਾਂਗਰਸ ਉਹਨਾਂ ਦਾ ਟੈਨਿਓਰ। ਪਹਿਲਾਂ ਮੈਂ ਕਾਂਗਰਸ ਨੂੰ ਟਾਰਗੇਟ ਕਰ ਰਿਹਾ ਤੇ ਮਤਲਬ ਰੈਗੂਲਰ ਰਹੇ ਨੇ ਉਹ 2 ਵਾਰ ਕੰਟੀਨਿਊਸ ਐਮਪੀ, ਤੇ ਨਾ ਕੋਈ ਉਹਨਾਂ ਦਾ ਮਤਲਬ ਲਾਸਟ ਫੰਡ ਲੈਪਸ ਹੋਇਆ ਉਹਨਾਂ ਦਾ ਜਿਹੜਾ ਵਾਪਸ ਗਿਆ। ਮੈਂ ਖੁਦ ਆਪ ਦੇਖਿਆ, ਮਤਲਬ ਉੱਥੋਂ ਸੀ ਉਹ ਦੁਬਾਰਾ ਗ੍ਰਾਂਟ ਵਾਪਸ ਲਿੱਤੀ ਹੈ। 25 ਕਰੋੜ ਫੰਡ ਜਿਹੜਾ ਤੁਹਾਨੂੰ ਆਉਂਦਾ, ਵਿਚ ਯੂ ਕੈਨ ਨਾਟ, ਤੁਸੀਂ ਕਿਤੇ ਹੋਰ ਯੂਜ਼ ਵੀ ਨਹੀਂ ਕਰ ਸਕਦੇ। ਮੇਰੀ ਬਸ ਇੱਕ ਸਿੰਪਲ ਜੀ ਹੈ, ਮੈਂ ਜ਼ਿਆਦਾ ਪੋਲਿਟਿਕਸ ਨਾ ਵੀ ਆਉਂਦੀ ਸਾਨੂੰ ਇੰਨਾ ਕਹਿੰਦੇ ਵੀ ਜਿਹੜਾ ਫੰਡ ਤੁਹਾਨੂੰ ਆਉਂਦਾ ਹੈ ਤੁਸੀਂ ਲਗਾ, ਲੋਕਾਂ ਦੇ ਭਲੇ ਲਈ ਲਗਾਓ। ਮੇਰਾ ਸਵਾਲ ਹੈ ਵੀ ਜੋ ਕਾਂਗਰਸ ਦੇ ਉਮੀਦਵਾਰ ਨੇ, ਨੁਮਾਇੰਦੇ ਨੇ ਕਿਹਾ ਹੈ ਵੀ
ਮੌਜੂਦਾ ਸਰਕਾਰ ਦੇ ਮੁੱਦੇ ਵੀ ਸਟੇਟ ਦੇ ਵੀ ਮੁੱਦੇ ਭਾਰੀ ਰਹਿਣਗੇ ਸਿਲੈਕਸ਼ਨ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਸਟੇਟ ਦੇ ਮੁੱਦੇ ਤਾਂ ਹਮੇਸ਼ਾ ਹੀ ਭਾਰੀ ਰਹਿਣਗੇ ਜੀ, ਉਹ ਨਾਲ ਦੇ ਨਾਲ ਮੈਟਰ ਕਰਦੇ ਨੇ। ਜਿਹੜੀ ਤੁਸੀਂ ਡੈਟਸ ਦੀ ਇਹਨਾਂ ਨੇ ਗੱਲ ਦੱਸੀ ਹੈ ਵੀ ਇੰਨੇ ਡੈਟ ਸਾਨੂੰ 2.25 ਕਰੋੜ ਦੇ ਕੇ ਗਏ ਸੀ, ਇਹਨਾਂ ਨੇ ਡੈਟ ਰੇਸ਼ੀਓ ਹੋਰ ਵਧਾਤੀ ਹੈ। ਹੁਣ ਡੈਟਸ ਤੁਸੀਂ ਹੋਰ ਜ਼ਿਆਦਾ ਅੰਡਰ ਹੋ। GDP ਦਿਖਾਉਂਦੇ ਨੇ ਆਪਣੇ ਪੰਜਾਬ ਦੀ 10%, ਉਹ 10% ਤਾਂ ਹੈ ਜੀ ਜੇ 10% ਕਿਉਂਕਿ ਤੁਸੀਂ ਡੈਟਸ ਲਈ ਚੱਲੋ, ਤੁਸੀਂ ਕਰਜ਼ੇ ਲਈ ਚੱਲੋ, ਡੈਟਸ ਜਿੰਨੀ ਮਰਜ਼ੀ ਇੰਕਰੀਜ਼ ਕਰੀ ਚੱਲੋਗੇ। ਪ੍ਰੋਫੈਸਰ ਸਾਹਿਬ ਕੀ ਸਮਝਦੇ ਹੋ, ਇਹ ਡੈਟ ਵੱਧਦਾ ਹੀ ਜਾਏਗਾ ਜਾਂ ਇਹਦੇ ਕੋਈ ਘਟਾਉਣ ਦੀ ਵੀ ਕਵਾਇਦ ਸ਼ੁਰੂ ਕੀਤੀ ਹੈ? ਦੇਖੋ ਦੋਸਤੋ, ਮੈਂ ਬਾਰ-ਬਾਰ ਇਹ ਕਹਿ ਰਿਹਾ, ਮੈਂ ਕੋਈ ਪੋਲੀਟੀਕਲ ਬੰਦਾ ਨਹੀਂ, ਪਰ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਰਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਬਲੇਮ ਗੇਮ ਇੱਕ ਦੂਜੇ ਤੇ ਰੱਖਾਂਗੇ ਵੀ ਅੱਗਿਓਂ ਆਇਆ ਪਿੱਛੋਂ ਆਇਆ, ਤਾਂ ਇਹ ਸਮਝ ਲਓ ਕਿ ਆਉਣ ਵਾਲੇ 10 ਸਾਲਾਂ ਵਿੱਚ ਸਾਡੀ ਸਟੇਟ ਦਾ ਹਾਲ ਬਹੁਤ ਮਾੜਾ ਹੋ ਜਾਏਗਾ। ਇਹਨਾਂ ਪਾਲਿਸੀਜ਼ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਸਾਡੇ ਕੋਲ ਸੋਲੂਸ਼ਨ ਨਹੀਂ ਆ। ਤੇ ਜੇ ਅਸੀਂ, ਕਿਉਂਕਿ ਬਜਟ ਦਾ ਮਤਲਬ ਡੈਫਿਸਿਟ, ਮੈਂ ਤੁਹਾਨੂੰ ਇਸ ਸਾਲ ਦੀ ਦੱਸ ਰਿਹਾ, ਤਕਰੀਬਨ 60,000 ਕਰੋੜ ਰੁਪਇਆ ਅਸੀਂ ਬੋਰਿੰਗ ਸਾਡੀ ਹੋਏਗੀ, 27,000 ਕਰੋੜ ਰੁਪਇਆ ਸਾਡੀ ਸੈਲਰੀ ਆ, 30,000 ਕਰੋੜ ਰੁਪਇਆ ਉਹ ਫਿਕਸਡ ਖਰਚੇ ਆ। ਇਹਨਾਂ ਤੋਂ ਜੇ ਬਚਣਾ ਅਸੀਂ ਸਾਰਿਆਂ ਨੇ ਤਾਂ ਸਾਨੂੰ ਸਾਰੀਆਂ ਲੋਕਾਂ ਨੂੰ ਸਾਰੇ ਰਲ ਕੇ ਇਹ ਸੋਚਣਾ ਪਏਗਾ ਕਿ ਇਹ ਸੰਕਟ ਚੋਂ ਕਿਵੇਂ ਨਿਕਲੀਏ, ਕਿਸੇ ਇੱਕ ਦਾ ਨਹੀਂ ਜੇ। ਨਿਪੀ ਜੀ ਕਿਵੇਂ ਨਿਕਲੋਗੇ ਸੰਕਟ ਤੋਂ ਸਾਰੇ ਚੋਂ? ਗੱਲ ਤਾਂ ਪਹਿਲਾਂ ਜੀ ਮੈਂ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਨੇ ਗੱਲ ਕੀਤੀ ਹੈ ਵੀ ਯੂਟਿਲਾਈਜ਼ਮ ਫੰਡਸ, ਮਹਾਰਾਣੀ ਪਨੀਤ ਕੌਰ ਜੀ ਵਿਦਿਨ ਫਸਟ 10 MPs ਆਏ ਨੇ ਆਪਣੇ ਸਾਰੇ ਉਹਦੇ ਚੋਂ ਪਾਰਲੀਮੈਂਟ ਚੋਂ, ਜਿਨ੍ਹਾਂ ਨੇ ਆਪਣੇ 100% ਯੂਟਿਲਾਈਜ਼ ਫੰਡਸ ਦਾ ਉਹਨਾਂ ਨੂੰ ਅਵਾਰਡ ਮਿਲਿਆ। ਔਰ ਇਹ ਬੰਦੇ ਇਸ ਤਰ੍ਹਾਂ ਇਹਨਾਂ ਦਾ ਕਿਵੇਂ ਐਲੀਗੇਸ਼ਨ ਲਾਣਾ ਨਿਰਾਧਾਰ ਆ ਇਹ। ਬਾਕੀ ਰਹਿ ਗਈ ਜਿਹੜੀ ਕਰਜ਼ ਦਾ ਜਿਹੜਾ ਉੱਪਰ ਚੜਿਆ ਹੋਇਆ ਉਹਦਾ ਵਿਆਜ ਤਾਂ ਪੈਣੀ ਹੈ, ਲੇਕਿਨ ਜਿਹੜੀ ਰੈਵਨਿਊ ਜਨਰੇਟ ਹੋ ਰਿਹਾ ਕਿ GST ਦਾ ਚੱਕਰ ਹੈ, GST ਦਾ ਜਿਹੜਾ ਤੋਂ ਵਾਪਸੀ ਨਹੀਂ ਆ ਰਹੀ, ਸਰਕਾਰ ਦੇ ਉੱਪਰ ਲੋਭ ਹੋਰ ਬਹੁਤ ਨੇ, ਕਿਉਂਕਿ ਹੁਣ ਪ੍ਰੋਕਿਉਰਮੈਂਟ ਵੀ ਕਰਨੀ ਹੈ, ਪ੍ਰੋਕਿਉਰਮੈਂਟ ਦਾ ਵੀ ਚੱਕਰ ਹੈ। ਹਰ ਪਾਸੇ ਸਰਕਾਰ ਦੇ ਉੱਪਰ ਮੁਲਾਜ਼ਮਾਂ ਦਾ ਐਸਟੈਬਲਿਸ਼ਮੈਂਟ ਚਲਾਉਣੀ ਹੈ, ਤਨਖਾਹਾਂ ਨੇ, ਹਰ ਚੀਜ਼ ਨੂੰ ਚਲਾਉਣ ਵਾਸਤੇ ਸਰਕਾਰ ਨੂੰ। ਨਿਪੀ ਜੀ ਤੁਸੀਂ ਜ਼ਿਕਰ ਕੀਤਾ ਸੀ ਵੀ ਸਟੇਟ ਦੇ ਮੁੱਦੇ ਭਰ ਰਹਿਣਗੇ। 2.5 ਸਾਲ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕ ਕੇ ਕਿ ਅਸੀਂ ਨਸ਼ਾ ਖਤਮ ਹੋ ਜਾਏਗਾ, ਕਰਜ਼ਾ ਮੁਕਤੀ ਦੀ ਗੱਲ ਕੀਤੀ ਸੀ, ਨੌਕਰੀ ਦੇਵਾਂਗੇ, ਮੋਬਾਈਲ ਫੋਨ ਦੇਵਾਂਗੇ, ਕਿੰਨਾ ਕੁ ਕੰਮ ਹੋ ਚੁੱਕਾ ਸਾਰਾ? ਦੇਖੋ ਜਿਹੜੀ ਮੋਬਾਈਲ ਜਿਹੜੀ ਹੈਗੀ ਹੈ ਉਹਦਾ 250 ਕਰੋੜ ਦਾ ਇਸ ਸਾਲ ਦਾ ਬਜਟ ਰੱਖਿਆ ਗਿਆ ਪੰਜਾਬ ਸਰਕਾਰ ਵੱਲੋਂ। ਉਹਦਾ ਜਿੰਨੇ ਮੋਬਾਈਲ ਵੰਡਦੇ ਨੇ ਉਹਦਾ ਇਲੈਕਸ਼ਨ ਕੋਡ ਲੱਗ ਗਿਆ। ਇਲੈਕਸ਼ਨ ਕੋਡ ਤੋਂ ਬਾਅਦ ਉਹ ਜਿਹੜਾ ਹੈਗਾ ਉਹ ਪ੍ਰੋਸੈਸ ਸਟਾਰਟ ਹੋ ਜਾਏਗਾ। ਸੈਕੰਡਲੀ ਜਿਹੜੀ ਗੱਲ ਤੁਸੀਂ ਗੱਲ ਕਹਿ ਰਹੇ ਹੋ ਨਸ਼ੇ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ। CM ਸਾਹਿਬ, ਮੁੱਖ ਮੰਤਰੀ ਸਾਹਿਬ ਜਦੋਂ ਮਹਾਰਾਜ ਸਾਹਿਬ ਆਏ ਨੇ, ਆਉਂਦਿਆਂ ਸਾਰ ਉਹਨਾਂ ਨੇ ਇਹੋ ਜਿਹੀ ਨੱਥ ਪਾਈ ਹੈ ਵੀ ਜਿਹੜੇ ਵੀ ਇੱਥੋਂ ਨਸ਼ਾਖੋਰੀ ਜਾਂ ਨਸ਼ਾ ਵੇਚਣ ਵਾਲੇ ਸੀਗੇ ਪੰਜਾਬ ਛੱਡ ਕੇ ਭੱਜ ਗਏ ਸੀ ਔਰ ਦਿਖਦੇ ਨਹੀਂ ਸੀਗੇ। ਔਰ ਜੋ ਇੱਥੇ ਅੱਜ ਜੇ ਨਸ਼ਾਖੋਰੀ ਵਿਕ ਵੀ ਰਹੀ ਹੈ, ਲੁਕ ਲਗਾ ਕੇ ਵਿਕ ਰਿਹਾ, ਔਰ ਜੋ ਉਹਦਾ ਰੇਟ ਇੰਨਾ ਹੀ ਹੋ ਗਿਆ ਵੀ ਲੋਕਾਂ ਨੂੰ ਅਫੋਰਡ ਕਰਨੇ ਔਖਾ ਹੋ ਗਿਆ, ਇਸ ਕਰਕੇ ਨਸ਼ਾ ਬਹੁਤ ਇੱਥੇ ਘਟ ਗਿਆ। ਨੌਕਰੀ ਦੀ ਜਿਹੜੀ ਗੱਲ ਹੈ ਵੀ ਕੱਲ ਵੀ ਮਹਾਰਾਜ ਸਾਹਿਬ ਦੀ, ਕੈਪਟਨ ਸਾਹਿਬ ਦੀ ਸਟੇਟਮੈਂਟ ਇਹੀ ਹੈ ਵੀ 11,000 ਇੰਪਲੋਈ ਈਅਰਲੀ ਰਿਟਾਇਰ ਹੁੰਦਾ। ਜਿੰਨਾ 11,000 ਇੰਪਲੋਈ ਰਿਟਾਇਰ ਹੁੰਦਾ, ਫਾਈਨੈਂਸ ਡਿਪਾਰਟਮੈਂਟ ਦੇ ਮੁਤਾਬਕ ਉਨੀ ਭਰਤੀ ਹੋ ਸਕਦੀ ਹੈ। ਪਰ ਕੈਪਟਨ ਸਾਹਿਬ ਨੇ 52 ਲੱਖ ਪਰਿਵਾਰਾਂ ਨੂੰ ਘਰ ਨੌਕਰੀ ਦੇਣ ਦੀ ਗੱਲ ਆਖੀ ਸੀ। ਉਹ ਕਹੇ 52 ਲੱਖ ਦੇ ਹਰ ਪਰਿਵਾਰ ਨੂੰ, ਭਾਵੇਂ ਲੜਕਾ ਹੋਵੇ ਭਾਵੇਂ ਲੜਕੀ ਹੋਵੇ, ਉਹਨੂੰ ਨੌਕਰੀ ਦੇਣ ਦੀ ਗੱਲ ਕੀਤੀ। ਕੀ ਡਾਟਾ ਪਹਿਲਾਂ ਨਹੀਂ ਸੀ ਪਤਾ ਉਹਨਾਂ ਨੂੰ? ਨਹੀਂ, ਉਹ ਦੇਖੋ ਇਹ ਗੱਲ ਤਾਂ ਨਹੀਂ ਪਤਾ ਹੁੰਦਾ ਜਾਂ ਨਹੀਂ ਪਤਾ, ਇਹ ਮੈਨੂੰ ਨਹੀਂ ਪਤਾ, ਇਹ ਕਿਉਂਕਿ ਇਹ ਉਹਨਾਂ ਦੇ ਲੈਵਲ ਦੀ ਗੱਲ ਹੈ। ਮੈਨੂੰ ਤਾਂ ਇੰਨਾ ਕੁ ਪਤਾ ਵੀ 40,000 ਨੌਕਰੀ ਸਰਕਾਰੀ ਦਿੱਤੀ ਗਈ ਹੈ ਹੁਣ ਤੱਕ, 5 ਲੱਖ ਪ੍ਰਾਈਵੇਟ ਬੰਦੇ ਨੂੰ ਨੌਕਰੀ ਪੰਜਾਬ ਸਰਕਾਰ ਵੱਲੋਂ। ਚਾਹੇ ਸ਼੍ਰੋਮਣੀ ਅਕਾਲੀ ਦਲ ਤੋਂ ਵਿਊ ਲੈਂਦੇ ਆ ਵੀ ਕਿਸ ਤਰ੍ਹਾਂ ਇਹ ਨੌਕਰੀ ਦਿੱਤੀ ਗਈ ਔਰ ਕਿਵੇਂ ਨੌਕਰੀਆਂ ਮਿਲੀਆਂ ਨੇ ਜਾਂ ਨਸ਼ੇ ਦਾ ਲੱਕ ਟੁੱਟਿਆ ਗਿਆ। ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲ ਕਹੀ, ਜਦੋਂ ਕੋਈ ਸਰਕਾਰ ਬਣਾਉਂਦਾ ਹੈ, ਇੰਨੇ ਵੱਡੇ ਝੂਠ ਮਾਰ ਕੇ ਸਰਕਾਰ ਬਣਾਵੇ, ਇਹ ਮੇਰੇ ਵੀਰ ਇਹ ਦੱਸ ਦੇਣ ਵੀ ਇਹਨਾਂ ਨੇ ਕਿਹਾ ਜਿਨ੍ਹਾਂ ਨੂੰ ਨੌਕਰੀ ਇੱਕ ਬੰਦੇ ਨੂੰ ਮਿਲੂਗੀ, ਜੇ ਨਾ ਮਿਲੂਗੀ 2500 ਭੱਤਾ ਮਿਲੂਗਾ। ਕਿਸੇ ਵਿਅਕਤੀ ਨੂੰ, ਇੱਕ ਨੌਜਵਾਨ ਨੂੰ 2500 ਭੱਤਾ ਮਿਲਿਆ ਹੋਵੇ। ਇਹਨਾਂ ਨੇ ਕਿਹਾ ਬਜ਼ੁਰਗਾਂ ਨੂੰ ਜਿਹੜੀ ਪੈਨਸ਼ਨ ਹੈ ਉਹ 500 ਰੁਪਏ ਦੀ ਥਾਂ ਤੇ 2500 ਰੁਪਈਆ ਮਿਲੂਗੀ। ਕਿਸੇ ਬਜ਼ੁਰਗ ਨੂੰ ਪੈਨਸ਼ਨ ਮਿਲੀ ਹੋਵੇ। 15,000 ਸ਼ਗਨ ਸਕੀਮ ਦਾ ਇਹਨਾਂ ਨੇ ਕਿਹਾ 51,000 ਦੇਵਾਂਗੇ। ਕਿਸੇ ਨੂੰ ਇਹਨਾਂ ਨੇ ਉਹ ਸ਼ਗਨ ਸਕੀਮ ਦਿੱਤੀ ਹੋਵੇ। ਇਸ ਤੋਂ ਸਭ ਤੋਂ ਵੱਡੀ ਗੱਲ ਜਿਹੜੀ, ਹਰ ਇੱਕ ਗਰੀਬ ਵਿਅਕਤੀ 50,000 ਰੁਪਏ ਦਾ ਇਲਾਜ ਜਾ ਕੇ ਹਸਪਤਾਲ ਦੇ ਵਿੱਚ ਕਰਾ ਸਕਦਾ ਸੀ। ਇਹ ਭਗਤ ਪੂਰਨ ਸਿੰਘ ਬੀਮਾ ਸਕੀਮ ਸੀ ਜਿਹੜੀ, ਉਹਦੇ ਤਹਿਤ ਉਹਦਾ 58 ਕਰੋੜ ਰੁਪਈਆ ਇਹ ਸਰਕਾਰ ਨੇ ਦੇਣਾ ਸੀ, ਉਹ ਦਿੱਤਾ ਨਹੀਂ, ਉਹ ਬੰਦ ਹੋ ਗਿਆ। ਉਹਦੇ ਬਾਰੇ ਦੱਸ ਦੇਣ ਵੀ ਕੋਈ ਗਰੀਬ ਵਿਅਕਤੀ ਜਾ ਕੇ ਇਲਾਜ ਕਰਾ ਸਕਦਾ। ਜਾਣਨ ਦੀ ਕੋਸ਼ਿਸ਼ ਕਰਦੇ ਆ ਆਪਾਂ ਆਮ ਆਦਮੀ ਪਾਰਟੀ ਤੋਂ ਵੀ ਜਿਹੜਾ ਅਬਲੋਵਾਲ ਸਾਹਿਬ ਇਲਜ਼ਾਮ ਲਾ ਰਹੇ ਨੇ, ਬਾਅਦ ਚ ਕਾਂਗਰਸ ਦਾ ਵਿਊ ਲਾਂਗੇ। ਹਾਂਜੀ ਜੋਸਨ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਜੀ ਕਿ ਸਾਡੇ 2,30,000 ਕਰੋੜ ਰੁਪਈਆ ਜਿਹੜਾ ਹੈਗਾ ਅੱਜ ਸੂਬੇ ਤੇ ਕਰਜ਼ਾ ਚੜਿਆ ਹੋਇਆ, ਉਹ ਕਰਜ਼ਾ ਜਿਹੜਾ ਚੜਿਆ ਹੋਇਆ ਜੀ, ਇਹ ਕੱਲੀਆਂ EMPLOYE ਦੀਆਂ ਤਨਖਾਹਾਂ ਕਰ ਨਹੀਂ ਵਧਿਆ ਜੀ। 11 CM ਸਾਹਿਬ ਨੇ OSD ਰੱਖੇ ਹੋਏ ਆ, ਜਿਨ੍ਹਾਂ ਦੇ 10-10 ਲੱਖ ਰੁਪਈਆ ਮਹੀਨੇ ਦਾ ਖਰਚਾ ਹੁੰਦਾ ਹੈ। ਅਕਾਲੀ ਦਲ ਨੂੰ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਕਰਜ਼ਾ ਜਿਹੜਾ ਪਿੱਛੇ ਤੋਂ ਆਇਆ 1,80,000 ਕਰੋੜ ਰੁਪਏ, ਔਰ ਇਹਨਾਂ ਨੇ ਵਧਾਇਆ, ਇਹ ਦੋਵੇਂ ਇੱਕੋ ਤਰ੍ਹਾਂ ਦੇ ਨੇ। ਉਹਨਾਂ ਨੇ ਵੀ ਉਹੀ ਕੁਝ ਕੀਤਾ ਤੇ ਉਹਨਾਂ ਨੇ ਵੀ ਉਹੀ ਕੁਝ ਕੀਤਾ। ਅਜੇ ਥਾਪਰ ਜੀ ਨੇ ਅਕਾਲੀ ਦਲ ਦੇ, ਉਹਨਾਂ ਨੂੰ ਜਾਣਦੇ ਆ। ਥਾਪਰ ਸਾਹਿਬ, ਨਸ਼ਾ ਖਤਮ ਹੋ ਗਿਆ?
ਨਸ਼ਾ ਬਿਲਕੁਲ ਕੋਈ ਖਤਮ ਨਹੀਂ ਹੋਇਆ, ਨਾ ਇਹਨਾਂ ਦੀ ਕੋਈ ਪਾਲਿਸੀ ਹੈ। ਨਹੀਂ ਕਹਿੰਦੇ ਮਹਿੰਗਾ ਹੋ ਗਿਆ। ਨਹੀਂ, ਮਹਿੰਗਾ ਵੀ ਹੋ ਗਿਆ, ਮਹਿੰਗਾ ਐਸੇ ਕਰਕੇ ਹੋ ਗਿਆ ਕਿ ਉਹ ਆਪ ਹੀ ਵਿੱਚ ਪੈ ਗਏ ਬਿਜ਼ਨਸ ਦੇ ਵਿੱਚ। ਇਹ ਲੋਕ ਬਿਜ਼ਨਸ ਵਿੱਚ ਪੈ ਕੇ ਉਹਨੂੰ ਕਰੀ ਜਾਂਦੇ ਨੇ। ਪਰ ਜਿਹੜਾ ਸੈਂਟਰ ਦੀ ਗੱਲ ਹੈ, ਜਿਹੜੀ ਮੇਨ ਇੱਕ ਮਿੰਟ ਸੈਂਟਰ ਦੀ ਗੱਲ ਹੈ, ਜਿਸ ਬੰਦੇ ਨੇ ਸਾਡੇ ਦੇਸ਼ ਦੀ ਸੁਰੱਖਿਆ ਨੂੰ ਅੱਗੇ ਕੀਤਾ ਔਰ ਜਿਸ ਨੇ ਜਿਹੜਾ ਦੇਖੋ ਇਹਨੇ ਤਗੜੇ ਤਰੀਕੇ ਨਾਲ ਇੰਡੀਆ ਨੂੰ ਇੱਕ ਇਕੱਠਾ ਕਰਕੇ ਰੱਖਿਆ ਔਰ ਬਹੁਤ ਜ਼ਿਆਦਾ ਵਿਕਾਸ ਵੀ ਕੀਤਾ ਹੈ, ਉਸ ਬੰਦੇ ਦੀ ਸਰਕਾਰ ਬਣਨ ਜਾ ਰਹੀ ਹੈ। ਉਹ ਮੈਂਬਰ ਪਾਰਲੀਮੈਂਟ ਦਾ ਮੁੱਦਾ ਹੀ ਜਿਹੜਾ ਇਸ ਇਲੈਕਸ਼ਨ 'ਚ ਹੋਏਗਾ ਔਰ ਮੈਂਬਰ ਪਾਰਲੀਮੈਂਟ ਦੀ ਜਿਹੜੀ ਵੋਟ ਹੈ ਉਹ ਮੋਦੀ ਸਾਹਿਬ ਦੇ ਨਾਂ ਤੇ ਪਏਗੀ। ਰਾਸ਼ਟਰਵਾਦ ਦਾ ਮੁੱਦਾ ਰਾਸ਼ਟਰਵਾਦ ਦਾ ਮੁੱਦਾ ਉਠਾਇਆ ਸ਼੍ਰੋਮਣੀ ਅਕਾਲੀ ਦਲ ਦੇ ਅਜੇ ਥਾਪਰ ਜੀ ਨੇ। ਨਿੱਪੀ ਜੀ ਜਾਂ ਦੂਜੇ ਐਮਸੀ ਸਾਹਿਬ ਹੈਗੇ ਨੇ, ਉਹਨਾਂ ਨੂੰ ਜਾਣਦੇ ਆ। ਵਿਜੇ ਕੋਕਾ ਜੀ, ਕੋਕਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਦੱਸਦਾ ਜੀ ਤੁਹਾਨੂੰ, ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਵੀ ਰਾਸ਼ਟਰ ਦੀ ਸੁਰੱਖਿਆ ਦੀ ਗੱਲ ਹੈ, ਫੌਜ ਨੇ ਲੜਾਈ ਲੜੀ ਹੈ। ਫੌਜ ਦੀ ਲੜਾਈ, ਫੌਜ ਦੇ ਵਿੱਚ ਜਿਹੜਾ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਆ, ਲੋਕ ਉੱਥੇ ਮਰ ਗਏ। ਉਹਦੇ ਮਰਨ ਦਾ ਇਹਨਾਂ ਨੇ ਵੋਟਾਂ ਦੇ ਵਿੱਚ ਥੋੜੀ ਇਹਨਾਂ ਨੇ ਕੋਈ ਫਾਇਦਾ ਲੈਣਾ। ਹਾਂਜੀ ਕੋਕਾ ਜੀ ਤੁਸੀਂ ਦੱਸੋ। ਸਰ, ਇਹਨਾਂ ਨੂੰ ਮੈਂ ਆਪਣੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਅਸੀਂ ਪਹਿਲਾਂ 47 ਜਿੱਤੀ, 65 ਜਿੱਤੀ, 71 ਜਿੱਤੀ, ਪਾਕਿਸਤਾਨ ਦੇ ਟੁਕੜੇ ਟੁਕੜੇ ਕਰ ਢਾਕਾ ਬੰਗਲਾਦੇਸ਼ ਅੱਡ ਕਰਤੇ, 90,000 ਪਾਕਿਸਤਾਨ ਦੇ ਫੌਜੀ ਸਰੈਂਡਰ ਕਰਨ ਲਈ ਮਜਬੂਰ ਕਰਤੇ। ਇਹ ਅੱਜ ਆਪਾਂ ਪੁੱਲ ਵਾਲੋਂ ਦੀਆਂ ਗੱਲਾਂ ਕਰੀ ਜਾਂਦੇ, ਸਾਡੇ ਅਸੀਂ ਸਟ੍ਰਾਈਕ ਕਰਾਏ ਫਟਾਫਟ ਜਾ ਕੇ ਜੀ। ਜੇ ਇਹਨਾਂ ਦਾ ਪੋਪੂਲਰ ਫੇਸ ਹੈ ਪ੍ਰਕਾਸ਼ ਸਿੰਘ ਬਾਦਲ ਜੀ ਦਾ, ਸੁਖਬੀਰ ਸਿੰਘ ਬਾਦਲ ਜੀ ਦਾ, ਸੁਰਜੀਤ ਸਿੰਘ ਰੱਖੜਾ ਜੀ ਦਾ, ਤਾਂ ਅੱਜ ਆਪਣੇ ਅਕਾਲੀ ਦਲ ਦੇ ਨਾਮ ਤੇ ਵੋਟਾਂ ਕਿਉਂ ਨਹੀਂ ਮੰਗਦੇ? ਅੱਜ ਮੋਦੀ ਦੇ ਨਾਮ ਤੇ ਵੋਟਾਂ ਕਿਉਂ ਮੰਗ ਰਹੇ ਨੇ ਇਹ? ਜੀ ਗੱਲ ਕੀਤੀ ਜਾਵੇ। ਦੂਸਰੀ ਗੱਲ ਕਰਦੇ ਆ ਆਪਾਂ, ਜਿਹੜੇ ਕਈ ਮੁਲਾਜ਼ਮ ਵੀ ਸਾਡੇ ਨਾਲ ਮੌਜੂਦ ਨੇ, ਕਿਉਂਕਿ ਬਾਰਾਦਰੀ ਦੇ ਨੇੜੇ ਅਸੀਂ ਗੱਲ ਕਰ ਰਹੇ ਹਾਂ ਔਰ ਇਲੈਕਟ੍ਰਿਸਿਟੀ ਬੋਰਡ ਪਾਵਰਕਾਮ ਦਾ ਜਿਹੜਾ ਹੈਗਾ ਉੱਥੇ ਦਫ਼ਤਰ ਹੈੱਡ ਆਫਿਸ ਹੈ, ਉਹਨਾਂ ਜਾਣਦੇ ਵੀ ਕਿਸ ਤਰ੍ਹਾਂ ਦੇ ਮੁੱਦੇ ਰਹਿਣ ਵਾਲੇ ਨੇ ਮੁਲਾਜ਼ਮਾਂ ਦੇ। ਪੰਜਾਬ ਦੇ ਮੁੱਦੇ ਜਿੱਦਾਂ ਕਹਿ ਰਹੇ ਨੇ ਬਿਜਲੀ ਸਰਪਲਸ ਹੋ ਗਈ, ਹੁਣ ਕੀ ਹੋ ਰਿਹਾ, ਜਿਹੜੇ ਸਾਡੇ ਸਰਕਾਰੀ ਥਰਮਲ ਨੇ, ਸਰਕਾਰੀ ਥਰਮਲ ਤਾਂ ਬੰਦ ਹੋ ਗਏ ਤੇ ਪ੍ਰਾਈਵੇਟ ਥਰਮਲਾਂ ਤੋਂ ਅਸੀਂ ਬਹੁਤ ਮਹਿੰਗੀ ਬਿਜਲੀ ਖਰੀਦ ਰਹੇ ਹਾਂ, ਜਿਹਦੇ ਨਾਲ ਜਿਹੜੀ ਪਾਵਰ ਕਾਰਪੋਰੇਸ਼ਨ ਤੇ ਬਹੁਤ ਜ਼ਿਆਦਾ ਬੋਝ ਪੈ ਰਿਹਾ ਹੈ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਕਿ ਜਿਹੜੀ ਤੁਸੀਂ ਬਹੁਤ ਛੋਟੀ ਬਾਥਰੂਮ ਬਣਾ ਰਹੇ ਆ, ਅਸੀਂ ਸੜਕਾਂ ਬਣਾ ਰਹੇ, ਗਲੀਆਂ ਬਣਾ, ਮੇਰੀ ਵੀ 50 ਸਾਲ ਦੀ ਉਮਰ ਹੋ ਗਈ, ਇਹੀ ਮਸਲੇ ਨਹੀਂ ਹੱਲ ਹੋ ਰਹੇ। ਅਸੀਂ ਇੱਕ ਤੁਹਾਨੂੰ ਮੈਂ ਬੇਨਤੀ ਕਰਾਂਗੇ, ਜੇ ਇੱਕ ਥਰਮਲ ਨੂੰ ਤੁਸੀਂ ਬੰਦ ਕਰਨਾ ਹੈ, ਅੱਜ ਬਠਿੰਡੇ ਦੇ 4 ਯੂਨਿਟ ਬੰਦ ਕਰ ਦਿੱਤੇ, ਰੋਪੜ ਦੇ 2 ਯੂਨਿਟ ਬੰਦ ਕਰ ਦਿੱਤੇ। ਮੈਂ ਕਾਫੀ ਜਗ੍ਹਾ ਤੋਂ ਸੁਣਿਆ ਵੀ ਦੇਖੀ ਵੀ ਜਦੋਂ ਕੋਈ ਤੁਸੀਂ ਚੀਜ਼ ਨੂੰ ਕੋਈ ਐਕਸਪਾਇਰ ਹੋ ਰਹੀ ਹੈ, ਉਹਦੀ ਜਗ੍ਹਾ ਤੇ ਕੋਈ ਹੋਰ ਪ੍ਰੋਜੈਕਟ ਤਿਆਰ ਕੀਤਾ ਜਾ ਸਕਦਾ ਸੀਗਾ। ਜੇ ਅੱਜ ਤੁਸੀਂ ਥਰਮਲ ਬਠਿੰਡੇ ਦੇ 4 ਯੂਨਿਟ ਬੰਦ ਕੀਤੇ ਨੇ, ਤਾਂ 4 ਨਵੇਂ ਬਣਾਏ ਜਾ ਸਕਦੇ ਜੋ ਪੁਰਾਣੇ ਐਕਸਪਾਇਰ ਹੋ ਗਏ। ਗੱਲ ਕਰਦੇ ਆ, ਇੱਥੇ ਕੁਝ ਲੇਡੀਜ਼ ਵੀ ਖੜੀਆਂ ਨੇ, ਉਹ ਸ਼ਹਿਰੀ ਹੈਗੇ ਨੇ ਪਟਿਆਲਾ ਤੋਂ, ਉਹਨਾਂ ਜਾਣਦੇ ਵੀ ਕਿਸ ਤਰੀਕੇ ਦੇ ਮੁੱਦੇ ਇਸ ਇਲੈਕਸ਼ਨ 'ਚ ਭਾਰੀ ਰਹਿਣ ਵਾਲੇ ਨੇ। ਜੀ ਅਸੀਂ ਤਾਂ ਇਹ ਕਹਾਂਗੇ, ਅਸੀਂ ਆਮ ਲੇਡੀਜ਼ ਹਾਂ ਜੀ, ਸਾਨੂੰ ਤਾਂ ਮੇਨ ਆਪਣੇ ਇਹ ਮੁੱਦੇ ਚਾਹੀਦੇ ਕਿ ਵੀ ਮਹਾਰਾਜ ਸਾਹਿਬ ਸਾਡੇ ਲਈ ਡਿਵੈਲਪਮੈਂਟ ਕਰਨਗੇ ਆ ਕੇ, ਕਿਉਂਕਿ ਉਹ ਸੈਂਟਰ ਤੋਂ ਵੀ ਆਪਣੇ ਫੰਡਸ ਲੈ ਕੇ ਆਣਗੇ, ਸਾਨੂੰ ਮਹਾਰਾਜ ਸਾਹਿਬ ਵੀ ਫੰਡ ਦੇ ਰਹੇ ਨੇ, ਤੇ ਉਸ ਨਾਲ ਸਾਡੀ ਹੋਰ ਡਿਵੈਲਪਮੈਂਟ ਹੋਏਗੀ। ਜਿਵੇਂ ਮੇਰੇ ਬੜੇ ਵੀਰ ਕਹਿ ਰਹੇ ਸੀਗੇ ਵੀ ਹਾਂ ਚਾਂਦਨੀ ਚੌਂਕ 'ਚ ਜਾਓ ਜੀ, ਕਿਸ਼ਤੀਆਂ ਚੱਲ ਜਾਣਗੀਆਂ, ਪਰ ਮੈਂ ਆਪਣੇ ਵਾਰਡ ਦੀ ਗੱਲ ਕਰਦੀ, ਮੈਂ ਵਾਰਡ ਨੰਬਰ 50 ਤੋਂ ਹਾਂ, ਤੇ ਉੱਥੇ ਸਾਨੂੰ ਪੌਣਾ ਘੰਟਾ ਵੇਟ ਕਰਨੀ ਪੈਂਦੀ ਸੀ ਪਾਣੀ ਲਈ। ਇੱਕ ਵਾਰਿਸ਼ ਪਈ ਹੈ ਹਾਲੀ, ਦੇਖਿਆ ਜਾਏ ਤਾਂ ਜਦ ਦੀ ਸਾਡੀ ਗਲੀ ਬਣੀ ਹੈ, ਉਦੋਂ 5 ਮਿੰਟ 'ਚ ਪਾਣੀ ਨਿਕਲਿਆ ਸੀ, ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਮਹਾਰਾਜ ਸਾਹਿਬ ਦੇ। ਹੋਰ ਸਾਡੇ ਨਾਲ ਖੜੇ ਨੇ ਤੇ ਹਾਂਜੀ ਸਾਹ ਸਾਹਿਬ, ਕੀ ਨਾ ਤੁਹਾਡਾ? ਨਵਿੰਦਰ ਸਿੰਘ ਪੂੜੀਆਂ ਜੀ, ਅਧਿਆਪਕ ਆਗੂ ਆ। ਅੱਛਾ, ਅਧਿਆਪਕ ਆਗੂ ਸਾਡੇ ਨਾਲ ਜੁੜ ਚੁੱਕੇ ਨੇ। ਅਧਿਆਪਕਾਂ ਦੀ ਬੜੀਆਂ ਸਮੱਸਿਆਵਾਂ ਰਹੀਆਂ ਨੇ ਪੰਜਾਬ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ, ਉਹਨਾਂ ਜਾਣਦੇ ਵੀ ਕਿਸ ਤਰੀਕੇ ਦੇ ਉਹਨਾਂ ਦਾ ਇਹ ਮੁੱਦਾ ਰਹਿਣ ਵਾਲੇ ਆਉਂਦੀ ਇਲੈਕਸ਼ਨ 'ਚ। 72 ਸਾਲਾਂ ਤੋਂ ਜੀ ਲੋਕ ਏਜੰਡਾ ਨਹੀਂ ਆ, ਸਿਰਫ ਤੇ ਸਿਰਫ ਵੋਟਾਂ ਲੁੱਟਣੀਆਂ ਨੇ। ਅਸੀਂ ਇਹ ਸਾਫ਼ ਕਹਿੰਦੇ ਆ ਕਿ ਲੋਕਾਂ ਲਈ ਰੋਜ਼ਗਾਰ ਨਹੀਂ, ਸਿੱਖਿਆ ਨਹੀਂ, ਸਿਹਤ ਨਹੀਂ ਔਰ ਬਰਾਬਰਤਾ ਨਹੀਂ। ਜਿਹੜੇ ਸੰਵਿਧਾਨ ਦੀਆਂ ਸੌਹਾਂ ਖਾ ਕੇ ਅਸੈਂਬਲੀ 'ਚ ਜਾਂਦੇ ਆ, ਪਾਰਲੀਮੈਂਟ 'ਚ ਜਾਂਦੇ ਆ, ਇਹ ਦੱਸਣ ਕਾਹਦੀ ਬਰਾਬਰਤਾ ਹੈ? ਇਸ ਕਰਕੇ ਕਿਸਾਨ ਕਿਉਂ ਮਰ ਰਿਹਾ, ਮਜ਼ਦੂਰ ਦੀ ਹਾਲਤ ਕੀ ਹੈ, ਘਰ ਕਿਉਂ ਉੱਜੜ ਰਹੇ ਨੇ, ਇਹ ਦੱਸਣ, ਜਵਾਬ ਦੇਣ ਇਸ ਗੱਲ ਦਾ। ਇਹ ਮਜ਼ਾਕ ਨਾ ਕਰਨ। ਇਸ ਕਰਕੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਵੋਟਾਂ ਮੰਗਣੀਆਂ, ਇਹਨਾਂ ਦੇ ਨਾਲ ਇਹ ਧਰੋਹ ਹੈ ਸਾਡੇ ਨਾਲ, ਇਸ ਕਰਕੇ ਬਰਦਾਸ਼ਤ ਨਹੀਂ ਕਰਨਗੇ ਲੋਕ। ਇਸ ਮਜ਼ਾਕ ਕੀਤਾ ਜਾ ਰਿਹਾ, ਇੰਨੀ ਗ੍ਰਾਂਟ ਲਿਆ ਰਹੇ ਨੇ, ਇੰਨੀ ਆ ਕਰ ਰਿਹਾ। ਇਹ ਦੱਸਣ ਕਿ ਇੱਥੇ ਅਧਿਆਪਕਾਂ ਦੇ ਨਾਲ ਕੀ ਕੀਤਾ ਗਿਆ। ਜਿਹੜੇ 50-50 ਹਜ਼ਾਰ ਤਨਖਾਹਾਂ ਲੈਣ ਵਾਲੇ, ਉਹਨਾਂ ਨੂੰ ਰੈਗੂਲਰ ਕਰਨ ਦੇ ਨਾਮ ਦੇ ਉੱਤੇ 15,300 ਦਿੱਤਾ ਜਾਵੇ। ਅਧਿਆਪਕਾਂ ਨੂੰ ਇਉਂ ਰੋਲਿਆ ਜਾਵੇ। ਉਹ ਮੁਲਾਜ਼ਮਾਂ ਨੂੰ ਜਿਨ੍ਹਾਂ ਨੂੰ 5-5 7-7 ਹਜ਼ਾਰ ਦੇ 15-15 ਸਾਲ ਹੋ ਗਏ, ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਤੇ ਜਦੋਂ ਸਾਡੇ ਨਾਲ ਸਮਝੌਤਾ ਹੋਇਆ ਤਾਂ ਕਿ ਤੁਹਾਨੂੰ ਪੱਕਾ ਕੀਤਾ ਜਾ ਰਿਹਾ, ਤੇ ਉਹਦੇ ਵਿੱਚ 51-78 ਦੇ ਅਧਿਆਪਕ, ਉਹਨਾਂ ਨੂੰ ਅੱਜ ਤੱਕ ਹਾਲੇ ਤੱਕ ਰੈਗੂਲਰ ਆਰਡਰ ਨਹੀਂ ਮਿਲੇ। ਸਮਝੌਤਾ ਹੋ ਗਿਆ, ਲੇਕਿਨ ਉਹਦੀ ਤਨਖਾਹ ਕੀ ਸੀ, 6,000 ਤੇ ਭਰਤੀ ਕੀਤੇ ਗਏ, ਤੇ ਉਹਨਾਂ ਨੂੰ 15,300 ਦੇ ਉੱਤੇ 2,000 ਦੀ ਜੋ 2 ਸਾਲ ਦੀ ਪ੍ਰੋਬੇਸ਼ਨ ਲਾਏਗੀ। ਫਿਰ ਇਸ ਤੋਂ ਇਲਾਵਾ ਜਿੰਨੇ ਵਲੰਟੀਅਰ ਸਾਰੇ ਦੇ ਸਾਰੇ 15 ਸਾਲਾਂ ਤੋਂ 5-5 7-7 ਹਜ਼ਾਰ ਤੇ ਕੰਮ ਕਰ ਰਹੇ ਨੇ। ਕਿਉਂ ਮਜ਼ਾਕ ਹੈ ਇਸ ਦੇਸ਼ ਦੇ ਅੰਦਰ? ਦੇਸ਼ ਸਾਡਾ ਵੀ ਹੈ, ਸਾਡਾ ਵੀ ਬਰਾਬਰ ਹੱਕ ਹੈ, ਅਸੀਂ ਇਹ ਲੈਣਾ ਹੈ। ਇਸ ਕਰਕੇ ਮਹਿਲ ਜਿਹੜੇ ਸਾਰਿਆਂ ਦੇ ਹੋਣਗੇ ਜਾਂ ਕਿਸੇ ਦੇ ਵੀ ਨਹੀਂ ਹੋਣਗੇ, ਇਸ ਕਰਕੇ ਸਾਰੇ ਬਰਾਬਰ ਹੋਣਗੇ। ਸਾਡੇ ਨਾਲ ਹੋਰ ਜੁੜੇ ਹੋਏ ਨੇ। ਹਾਂਜੀ ਸਾਹ ਸਾਹਿਬ, ਕੀ ਨਾ ਤੁਹਾਡਾ? ਸੁਖਵਿੰਦਰ ਸਿੰਘ ਬਰਾੜ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਇੱਕ ਟਰੱਕ ਆਪਰੇਟਰ ਹਾਂ, ਟਰੱਕ ਯੂਨੀਅਨ ਪਟਿਆਲਾ ਤੋਂ। ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਕੀ ਮੁੱਦੇ ਭਾਰੀ ਰਹਿਣ ਵਾਲੇ ਨੇ ਇਸ ਇਲੈਕਸ਼ਨ 'ਚ?
ਜਿਹੜਾ ਕੈਪਟਨ ਸਾਹਿਬ ਨੇ ਆਉਣ ਸਾਰੀ ਕਿਹਾ ਵੋਟਾਂ ਤੋਂ ਪਹਿਲਾਂ ਕਿਹਾ ਸੀਗਾ, ਕਹਿੰਦੇ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ। ਮੈਂ ਤਾਂ ਇਹ ਕਹੂੰਗਾ ਵੀ ਉਹਨਾਂ ਨੇ ਅਨੇਕ ਘਰਾਂ ਦੇ ਚੁੱਲ੍ਹੇ ਜਿਹੜੇ ਚੱਲਦੇ ਸੀਗੇ, ਰੁਜ਼ਗਾਰ ਸੀਗੇ, ਉਹ ਬੰਦ ਕਰਾਤੇ ਆ। ਜਿਵੇਂ ਉਹਨਾਂ ਨੇ ਟਰੱਕ ਯੂਨੀਅਨਾਂ ਭੰਗ ਕਰਵਾਈਆਂ, ਟਰੱਕ ਯੂਨੀਅਨਾਂ ਵਾਲੇ ਜਿਹੜੇ ਆਪਰੇਟਰ ਸੀਗੇ, ਟਰੱਕ ਮੈਂਬਰ ਸੀਗੇ ਜਿਹੜੇ, ਉਹਨਾਂ ਦੇ ਚੁੱਲ੍ਹੇ ਚੌਂਕੇ ਤਾਂ ਬੰਦ ਹੋਏ ਨੇ। ਉਹਨਾਂ ਦੇ ਨਾਲ ਰਿਲੇਟਡ ਜਿਹੜੇ ਲੋਕ ਸੀਗੇ, ਟਰੱਕ ਮਕੈਨਿਕ, ਕੋਈ ਟਾਇਰਾਂ ਦਾ ਧੰਦਾ ਕਰਨ ਵਾਲਾ, ਇੱਥੋਂ ਤੱਕ ਕਿ ਵੀ ਜਿਹੜੀਆਂ ਇਹਨਾਂ ਦੀਆਂ ਨਵੀਆਂ ਪਾਲਿਸੀਆਂ ਆਈਆਂ ਉਹਨਾਂ ਦੇ ਵਿੱਚ ਲੇਬਰ ਵਾਲੇ ਜਿਹੜੇ ਸਾਰਾ ਦਿਨ ਆਪਣੀ ਪਿੱਠ ਦੇ ਉੱਤੇ ਬੋਰੀ ਚੱਕ ਕੇ ਢੋਂਦੇ ਆ, ਉਹਨਾਂ ਨੂੰ ਵੀ ਬਹੁਤ ਵੱਡਾ ਲਾਸ ਹੋਇਆ। ਹਰ ਵਰਗ ਦੇ ਇੱਥੇ ਲੋਕ ਹੈਗੇ ਨੇ, ਹਰ ਵਰਗ ਦੀ ਆਪਣੀ ਗੱਲ ਕਰ ਰਹੇ ਨੇ। ਔਰ ਗੱਲ ਕਰਾਂਗੇ ਅਸੀਂ ਕਾਂਗਰਸ ਦੇ ਨੁਮਾਇੰਦੇ ਨਾਲ, ਉਹਨੂੰ ਪੁੱਛਾਂਗੇ ਨਿੱਪੀ ਜੀ ਨੂੰ ਵੀ ਜੋ ਐਲੀਗੇਸ਼ਨ ਉਹਨਾਂ ਨੇ ਲਾਏ ਨੇ ਟੀਚਰਾਂ ਦੇ, ਜੋ ਤਨਖਾਹਾਂ ਘਟਾਤੀਆਂ ਔਰ ਟਰੱਕ ਯੂਨੀਅਨ ਜਿਹੜੇ ਬੈਨ ਕਰਤੀਆਂ, ਉਹਨਾਂ ਦਾ ਵਿਊ ਲਾਂਗੇ। ਸਰਕਾਰ ਦਾ ਵਿਊ ਕੀ ਹੈ? ਗੱਲ ਇਹ ਜੀ ਵੀ ਜਿਹੜਾ ਇੱਕ ਐਲੀਗੇਸ਼ਨ ਲਗਾ ਰਹੇ ਨੇ, ਠੀਕ ਹੈ ਵੀ ਇੱਕ ਮੂਵਮੈਂਟ ਚੱਲੀ ਸੀ, ਉਸ ਮੂਵਮੈਂਟ ਦੇ ਤਹਿਤ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਨਾਲ ਬਹਿ ਕੇ ਸਮਝੌਤਾ ਜਿਹੜਾ ਹੋਇਆ ਐਸੋਸੀਏਸ਼ਨਸ ਦਾ, ਉਸ ਲੈਵਲ ਦੇ ਉੱਪਰ ਜੋ ਸਮਝੌਤਾ ਉਹ ਇੰਪਲੀਮੈਂਟ ਹੋ ਗਿਆ। 3 ਸਾਲ ਦਾ ਜਿਹੜਾ ਪ੍ਰੋਬੇਸ਼ਨ ਪੀਰੀਅਡ ਸੀ, ਇਹਨਾਂ ਨੇ ਕਿਹਾ 2 ਸਾਲ ਕਰ ਦਿਓ, ਤਾਂ 2 ਸਾਲ ਕਰਤਾ। ਜਿਹੜਾ 2 ਸਾਲ ਵੀ ਕੀਤਾ ਉਹਨਾਂ ਨੇ, ਉਹ ਵੀ ਉਹਨਾਂ ਨੇ ਬੈਕ ਡੇਟ ਤੋਂ ਕਰਤਾ, ਸਪਟੰਬਰ 2018 ਤੋਂ। ਤਾਂ ਉਹਦਾ ਉਹ ਵੀ ਪ੍ਰੋਬੇਸ਼ਨ ਪੀਰੀਅਡ ਵੀ ਇਹਨਾਂ ਬੈਕ ਡੇਟ ਤੋਂ ਕਰ ਲੈਣਾ, ਉਹ ਪੂਰਾ ਹੋ ਰਿਹਾ। ਜਿਹੜਾ 15/300 ਦੀ ਗੱਲ ਕਰ ਰਿਹਾ, ਉਹ ਜੋ ਬਹਿ ਕੇ ਸੈਟਲਮੈਂਟ ਇਹਨਾਂ ਦੀ ਐਗਰੀਮੈਂਟ ਹੋਏ ਨੇ, ਉਹਦੇ ਮੁਤਾਬਕ ਮੁੱਖ ਮੰਤਰੀ ਸਾਹਿਬ ਨੇ ਉਹ ਫੈਸਲਾ ਲਿਆ। ਹਾਂਜੀ, ਹੋਰ ਅਧਿਆਪਕ ਵੀ ਮੌਜੂਦ ਨੇ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਬਿਲਕੁਲ ਝੂਠ ਆ ਜੀ। ਮੁੱਖ ਮੰਤਰੀ ਜਿਨ੍ਹਾਂ ਦੀ ਗੱਲ ਕਰਦੇ ਨੇ, 11 ਵਾਰੀ ਸਾਨੂੰ ਭਰੋਸਾ ਦਿੱਤਾ ਗਿਆ ਵੀ ਇਹਨਾਂ ਨੂੰ ਮਿਲਾਵਾਂਗੇ। 11 ਵਾਰੀ ਦੇ ਵਿੱਚੋਂ 1 ਵਾਰੀ ਵੀ ਮੁੱਖ ਮੰਤਰੀ ਨਹੀਂ ਮਿਲਦੇ, ਤਾਂ ਸਾਡਾ ਸਮਝੌਤਾ ਕਿਹਦੇ ਨਾਲ ਹੋਇਆ? ਦੂਸਰੀ ਗੱਲ, ਇੱਥੇ 56 ਦਿਨ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਅੱਗੇ ਅਧਿਆਪਕ ਬੈਠੇ ਰਹੇ ਨੇ। ਕਿ ਇੱਥੋਂ ਦੀ ਜਿਹੜੀ ਸੱਤਾਧਿਰ ਪਾਰਟੀ ਆ, ਉਹਦੇ ਕਿਸੇ ਨੁਮਾਇੰਦੇ ਨੇ ਕੋਸ਼ਿਸ਼ ਕੀਤੀ ਵੀ ਅਧਿਆਪਕਾਂ ਨੂੰ ਜਾ ਕੇ ਪੁੱਛੀਏ ਵੀ ਤੁਸੀਂ ਮਰਨ ਵਰਤ ਤੇ ਬੈਠੇ ਹੋ, ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ? ਇਸ ਲਈ ਸਮਝੌਤਾ ਕੋਈ ਨਹੀਂ ਹੋਇਆ। ਜਿਹੜਾ ਥੋੜਾ ਮੋਟਾ ਕੀਤਾ ਵੀ ਸੀ, ਉਹ ਬਿਲਕੁਲ ਨਹੀਂ ਲਾਗੂ ਕੀਤਾ। ਹਾਂਜੀ, ਇੱਕ ਆਮ ਆਦਮੀ ਪਾਰਟੀ ਆਪੋਜੀਸ਼ਨ ਪਾਰਟੀ ਹੈਗੀ, ਉਹਨਾਂ ਜਾਣਦੇ ਆ। ਮੈਂ ਜਿਹੜੇ ਮੇਰੇ ਅਧਿਆਪਕ ਨੇਤਾ ਹੈਗੇ ਆ ਇੱਥੇ, ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹੈਗਾ। ਅਸੀਂ ਇੱਕ ਦਿੱਲੀ ਰੋਲ ਮਾਡਲ ਜਿਹੜਾ ਹੈਗਾ ਉਹ ਸੈੱਟ ਕੀਤਾ। ਦਿੱਲੀ ਦਾ ਜਦੋਂ ਅਸੀਂ 2016 ਚ ਸਰਕਾਰ ਜਿਹੜੀ ਉੱਥੇ ਸਾਂਭੀ ਆ, ਉਦੋਂ ਸਰਕਾਰੀ ਸਕੂਲਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ 85% ਆਉਂਦਾ ਹੁੰਦਾ ਸੀ। ਜਿਹੜਾ 2019 ਦਾ ਜਿਹੜਾ ਰਿਜ਼ਲਟ ਹੈਗਾ ਉਹ 96% ਰਿਜ਼ਲਟ ਆਇਆ। ਔਰ ਸਾਡੇ ਜਿਹੜੇ ਉੱਥੇ ਦਿੱਲੀ ਦੇ ਅਧਿਆਪਕ ਨੇ, ਉਹਨਾਂ ਨੂੰ ਵਰਲਡ ਲੈਵਲ ਦੀ ਐਜੂਕੇਸ਼ਨ ਦੀ ਸਟੱਡੀ ਵਾਸਤੇ ਸਿੰਗਾਪੁਰ ਭੇਜਿਆ। ਇੱਥੇ ਜੁੱਤੀਆਂ ਮਾਰ ਰਿਹਾ, ਡਾਂਗਾ ਮਾਰ ਰਿਹਾ ਸਰਕਾਰੀ ਸਕੂਲਾਂ ਦੇ ਅਧਿਆਪਕ। ਬਜਾਜ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਜਿੱਥੇ ਤੱਕ ਅਧਿਆਪਕਾਂ ਦਾ ਜਿਹੜਾ ਮਸਲਾ ਚੱਲਿਆ ਪਿਛਲੇ 6 ਮਹੀਨੇ, ਜੋ ਇੱਥੇ ਬੇਪਤੀ ਜਿਸ ਤਰੀਕੇ ਦੇ ਨਾਲ ਅਧਿਆਪਕਾਂ ਨੂੰ ਕੁੱਟਿਆ ਗਿਆ, ਅਧਿਆਪਕ ਜਿਹੜੇ ਆ ਸਾਡੇ ਸਮਾਜ ਨੂੰ ਸੇਧ ਦੇਣ ਵਾਲੀ ਇੱਕ ਕੌਮ ਹੈ। ਉਹਨਾਂ ਨੇ ਸਾਡੇ ਗੁਰੂ ਹੈ, ਗੁਰੂਆਂ ਨੂੰ ਅਸੀਂ ਸੜਕਾਂ ਤੇ ਰੋਲਿਆ, ਉਹਨਾਂ ਦੀ ਚੁੰਨੀਆਂ ਰੋਲੀਆਂ ਸੀ ਬੀਬੀਆਂ ਦੀਆਂ। ਇਹ ਕੋਈ ਸਾਨੂੰ ਸ਼ੋਭਾ ਨਹੀਂ ਦਿੰਦੀ, ਖਾਸ ਕਰਕੇ ਇਸ ਸ਼ਾਹੀ ਸ਼ਹਿਰ ਦੇ ਵਿੱਚ ਜਿੱਥੇ ਔਰਤਾਂ ਨੂੰ ਹਮੇਸ਼ਾ ਹੀ ਵੱਧ ਮਾਣ ਦਿੱਤਾ ਗਿਆ ਇਸ ਸ਼ਹਿਰ ਦੇ ਵਿੱਚ। ਲੇਕਿਨ ਇੱਥੇ ਜੋ ਇਹਨਾਂ ਟੀਚਰਸ ਦੀ ਬੇਪਤੀ ਕੀਤੀ ਗਈ ਹੈ, ਜਿਸ ਤਰੀਕੇ ਨਾਲ ਇਹਨੂੰ ਸੜਕਾਂ ਤੇ ਰੋਲਿਆ ਗਿਆ, ਬਹੁਤ ਗਲਤ ਗੱਲ ਕੀਤੀ ਹੈ। ਅਸੀਂ ਹਮੇਸ਼ਾ ਇਸ ਗੱਲ ਦੀ ਨਿੰਦਾ ਕੀਤੀ ਹੈ ਤੇ ਅੱਗੇ ਵੀ ਕਰਦੇ ਰਹਾਂਗੇ। ਜਿਹੜੇ ਟੀਚਰ ਹੈ, ਇਹਨਾਂ ਨੂੰ ਫੌਰੀ ਤੌਰ ਤੇ ਜਿਹੜਾ ਇਹਨਾਂ ਦਾ ਸਮਝੌਤਾ ਕੋਈ ਵੀ ਹੋਵੇ, ਇਹਨਾਂ ਨੂੰ ਪੂਰੇ ਪੈਸੇ ਦਿੱਤੇ ਜਾਣ, ਤਾਂ ਜੋ ਜਿਸ ਤਰੀਕੇ ਦੇ ਨਾਲ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਭਰਤੀ ਕੀਤਾ, ਜਿਸ ਤਨਖਾਹ ਤੇ ਕੰਮ ਕਰ ਰਹੇ ਸੀ, ਸਰਕਾਰ ਉਸੇ ਤੇ ਇਹਨਾਂ ਨੂੰ ਰੱਖੇ। ਠੀਕ ਹੈ ਜੀ। ਹੋਰ ਵੀ 1 ਮਿੰਟ, ਮੈਂ ਤੁਹਾਡੇ ਕੋਲ ਆਉਣਾ ਵਾਪਸ। ਗੱਲ ਕਰਨਾ ਚਾਹੁੰਦੇ ਨੇ। ਹਾਂਜੀ, ਕੀ ਨਾਮ ਤੁਹਾਡਾ? ਮੈਂ ਅਨੁਜ ਖੋਸਲਾ। ਕੀ ਕਹਿਣਾ ਚਾਹੁੰਦੇ? ਤੇ ਮੈਂ ਪਟਿਆਲਾ ਦਾ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਇੱਕ ਸਵਾਲ ਕਰਨਾ ਚਾਹੁੰਦਾ। ਮੈਨੂੰ 1 ਮਿੰਟ ਦਾ ਟਾਈਮ ਚਾਹੀਦਾ। ਪਹਿਲਾ ਸਵਾਲ ਮੇਰਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ, ਤੇ ਦੂਸਰਾ ਸਵਾਲ ਹੈ ਪੀਡੀਏ ਦੇ ਜਿਹੜੇ ਉਮੀਦਵਾਰ ਹੈ, ਧਰਮਵੀਰ ਗਾਂਧੀ ਜਿਹੜੇ ਨੁਮਾਇੰਦੇ ਆ। ਕਿ ਅੱਜ ਮੇਰੇ ਸਤਿਕਾਰਯੋਗ ਲੀਡਰਸ਼ਿਪ ਅੱਜ ਅਕਾਲੀ ਦਲ ਦੀ ਉਰੇ ਖੜੀ ਹੈ, ਤੁਸੀਂ ਸਾਰੇ ਪਬਲਿਕ ਅੱਜ ਖੜੇ ਹੋ। ਜਦੋਂ 10 ਸਾਲ ਇਹਨਾਂ ਦੀ ਸਰਕਾਰ ਰਹੀ, ਉਦੋਂ 10 ਸਾਲ ਜਦੋਂ ਪਟਿਆਲੇ ਦੀਆਂ ਜ਼ਮੀਨਾਂ, ਮੈਂ ਜ਼ਮੀਨਾਂ ਤੁਹਾਨੂੰ ਲਿਸਟ ਤੇ ਵੀ ਦੇ ਸਕਦਾ, ਜਿਹੜੀ ਪਟਿਆਲੇ ਦੀ ਜ਼ਮੀਨਾਂ ਵੇਚ ਕੇ, ਜਿਹੜਾ ਕਿਸੇ ਵੀ ਸਰਕਾਰ ਦਾ ਬੁਨਿਆਦੀ ਹੱਕ ਨਹੀਂ ਹੈ, ਉਹ ਵੇਚ ਕੇ ਪੈਸਾ ਜਦੋਂ ਪਟਿਆਲੇ ਦਾ ਬਾਹਰ ਲੈ ਜਾਇਆ ਗਿਆ, ਬਠਿੰਡੇ ਦੇ ਲਾਇਆ ਗਿਆ, ਉਦੋਂ ਇਹ ਲੀਡਰਸ਼ਿਪ ਕਿਉਂ ਨਹੀਂ ਬੋਲੀ? ਹਾਊਸ ਇਹਨਾਂ ਦਾ ਸੀ, ਮੇਅਰ ਇਹਨਾਂ ਦਾ ਸੀ, ਕਿਉਂ ਨਹੀਂ ਬੋਲੀ? ਦੂਜਾ ਸਵਾਲ, ਜਦੋਂ ਪਟਿਆਲੇ ਦਾ ਨਾਮ ਸਮਾਰਟ ਸਿਟੀ ਦੀ ਲਿਸਟ ਵਿੱਚ ਪਿਆ, ਇਹਨਾਂ ਨੇ ਪਟਿਆਲੇ ਦਾ ਨਾਂ ਕਟਾ ਕੇ, ਜਿਹਦਾ ਕਾਂਗਰਸ ਪਾਰਟੀ ਨੇ ਉਦੋਂ ਵਿਰੋਧ ਵੀ ਕੀਤਾ, ਬਠਿੰਡੇ ਦਾ ਨਾਂ ਪਵਾਤਾ। ਦੂਜੀ ਪਾਰਸ਼ੈਲਿਟੀ। ਤੀਜੀ, ਅੱਜ ਜਿਹੜੀ ਹੁਣ ਮੈਂ ਲੇਟੈਸਟ ਗੱਲ ਤੁਹਾਨੂੰ 2 ਮਹੀਨੇ ਪਹਿਲਾਂ ਹੀ ਦੱਸਣ ਲੱਗਿਆ, ਜਦੋਂ ਚੋਣ ਜਾਬਤਾ ਲੱਗਣ ਤੋਂ 15 ਦਿਨ ਪਹਿਲਾਂ ਪਟਿਆਲੇ ਦੇ ਡਿਵੈਲਪਮੈਂਟ ਲਈ 44 ਕਰੋੜ ਦੇ ਫੰਡ ਅਲਾਟ ਕੀਤੇ ਗਏ, ਕੰਮ ਅਲਾਟ ਕੀਤੇ ਗਏ। ਇਹਨਾਂ ਨੇ ਪੂਰਾ ਚੋਣ ਕਮਿਸ਼ਨ ਨੂੰ ਲਿਖ ਕੇ ਕਿ ਪ੍ਰੈਸ ਤੱਕ ਹਰੇਕ ਜਗ੍ਹਾ ਉਹ 44 ਕਰੋੜ ਰੁਪਏ ਦੇ ਡਿਵੈਲਪਮੈਂਟਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਭਲਾ ਇਹਨਾਂ ਨੂੰ ਪੁੱਛਿਆ ਜਾਵੇ ਕਿ ਉਹ 44 ਕਰੋੜ ਕਿਸੇ ਬੰਦੇ ਜੇਬ 'ਚ ਤਾਂ ਨਹੀਂ ਆਣਾ, ਲੋਕਾਂ ਦੇ ਹੀ ਲੱਗਣਾ ਉਹ ਪੈਸਾ। ਤਾਂ ਲੋਕਾਂ ਦੀ ਡਿਵੈਲਪਮੈਂਟ, ਇੱਕ ਪਾਸੇ ਲੋਕਾਂ ਦੀ ਡਿਵੈਲਪਮੈਂਟ ਰੋਕਦੇ ਨੇ, ਦੂਜੇ ਪਾਸੇ ਮੇਰਾ ਦੂਜਾ ਸਵਾਲ ਇਹਨਾਂ ਦੇ ਉਮੀਦਵਾਰ ਧਰਮਵੀਰ ਗਾਂਧੀ ਜੀ ਤੋਂ ਹੈ। ਇਹ ਜ਼ਰੂਰ ਤੁਸੀਂ ਇਹਨਾਂ ਦਾ ਜਵਾਬ ਲੈਣਾ ਕਿ ਅੱਜ ਧਰਮਵੀਰ ਗਾਂਧੀ ਜੀ 5 ਸਾਲ ਤਾਂ ਹੋ ਗਏ ਗੱਡੀਆਂ 'ਚ ਫਿਰਦੇ, 4 ਗੱਡੀਆਂ ਨੇ ਇਹਨਾਂ ਕੋਲ। ਅੱਜ ਰਿਕਸ਼ੇ ਤੇ ਫਿਰ ਕੇ
ਲੋਕਾਂ ਤੋਂ 10-10 ਰੁਪਏ ਝੋਲੀਆਂ 'ਚ ਮੰਗ ਰਹੇ ਨੇ। ਕੀ ਇਹ ਇਸ ਗੱਲ ਦਾ ਜਵਾਬ ਦੇਣਗੇ ਕਿ 1 ਕਰੋੜ 18 ਲੱਖ ਰੁਪਏ ਦੀ ਜਿਹੜੀ ਰਿਟਰਨ ਹੈ, 1 ਕਰੋੜ 80 ਹਜ਼ਾਰ ਰੁਪਏ ਡੇਲੀ ਦੀ ਜਿਹੜੀ ਆਮਦਨ ਹੈ, ਇਹਨੂੰ ਕਿੱਦਾਂ ਜਸਟੀਫਾਈ ਕਰਦੇ ਨੇ? ਔਰ ਇਹ ਕਿੱਥੋਂ ਆਮ ਨੇ ਜਿਹੜੇ 10-10 ਰੁਪਏ ਇਕੱਠੇ ਕਰ ਰਹੇ ਨੇ? ਇੱਕ ਰਿਸਪੌਂਸ ਲੈਣਾ, ਪਹਿਲਾ ਰਿਸਪੌਂਸ ਸਾਬਕਾ ਮੇਅਰ ਤੋਂ ਲੈਂਦੇ ਆ, ਜੋ ਉਹਨਾਂ ਨੇ ਐਲੀਗੇਸ਼ਨ ਲਾਇਆ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਦੋਂ ਸਾਡੀ ਸਰਕਾਰ ਬਦਲੀ ਹੈ ਉਸ ਸਮੇਂ ਸਾਡੇ 35 ਕਰੋੜ ਰੁਪਏ ਦੇ ਜਿਹੜੇ ਕੰਮ ਚੱਲ ਰਹੇ ਸੀ, ਇਹਨਾਂ ਨੇ ਆ ਕੇ ਰੱਦ ਕਰਤੇ। ਜਿਹੜੇ ਸਾਡੇ ਪੈਸੇ ਸਾਡੇ ਕੋਲ ਪਏ ਸੀ, ਜਿਹੜੇ ਕੰਮ ਸਰਕਾਰ ਵੱਲੋਂ ਪੈਸੇ ਸਾਡੇ ਕੋਲ ਆਏ ਹੋਏ ਸੀ, ਉਹ ਪੈਸੇ ਕਿੱਥੇ ਗਏ? ਇਹਨਾਂ ਨੇ ਆ ਕੇ ਸਾਰੇ ਕੰਮ ਰੋਕਤੇ। ਉਦੋਂ ਕੀ ਕੀਤਾ ਜੀ? ਡਿਵੈਲਪਮੈਂਟ ਦੀ ਚੰਗੀ ਭਲੀ ਪੇਸ ਚੱਲਦੀ, ਇਹਨਾਂ ਨੇ ਰੋਕ ਦਿੱਤੀ। ਜਿੱਥੇ ਤੱਕ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਹੈ, ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਕਿਵੇਂ ਵਿਛਿਆ। ਅੱਜ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਪਹੁੰਚਣ ਲਈ, ਚੰਡੀਗੜ੍ਹ ਤੋਂ ਬਠਿੰਡੇ ਪਹੁੰਚਣ ਲਈ 2-2.5 ਘੰਟੇ ਲੱਗਦੇ ਆ। ਪਹਿਲੇ ਜਦੋਂ ਛੱਡ ਕੇ ਗਏ ਸੀ ਪੰਜਾਬ ਦੇ ਵਿੱਚ, ਲੜਖੜਾਉਂਦਾ ਹੋਇਆ ਪੰਜਾਬ ਸੀ, ਕਿਸੇ ਸੜਕ ਤੇ ਤੁਰਿਆ ਨਹੀਂ ਸੀ ਜਾਂਦਾ। ਅੱਜ ਦੇਖੋ ਸਰਦਾਰ ਸੁਖਬੀਰ ਚੈਤਨਿਆ ਜੀ, ਜੋ ਗਾਂਧੀ ਸਾਹਿਬ ਤੇ ਇਲਜ਼ਾਮ ਲੱਗੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਲਜ਼ਾਮ ਜੀ ਤੁਸੀਂ ਇਹ ਕਹਿ ਰਹੇ ਨੇ ਵੀ ਰਿਟਰਨ ਭਰਦੇ ਨੇ ਵੀ 1 ਕਰੋੜ ਦੀ, ਕੋਈ ਐਟਲੀਸਟ ਕੋਈ ਟੈਕਸ ਚੋਰੀ ਤਾਂ ਨਹੀਂ ਕਰ ਰਹੇ। ਜੇ ਰਿਟਰਨ ਭਰਦੇ ਨੇ ਉਹਨਾਂ ਦੀ ਇਨਕਮ ਹੈ। ਦੂਸਰੀ ਗੱਲ, ਜਦੋਂ MP ਬਣੇ ਨੇ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਸੈਲਰੀ ਹੈ, ਠੀਕ ਹੈ, ਡੈਟ ਇਜ਼ 2 ਪੁਆਇੰਟ ਕੁਛ ਆਉਂਦੀ ਹੈ। ਜੇ ਤੁਸੀਂ ਉਹਨੂੰ ਕੈਲਕੂਲੇਟ ਕਰੋਗੇ, ਸੁਣ ਲਓ ਇੱਕ ਮਿੰਟ, ਜੇ ਤੁਸੀਂ ਕੈਲਕੂਲੇਟ ਕਰੋਗੇ, ਠੀਕ ਹੈ, 30 ਲੱਖ ਉਹਦੀ ਸਿੱਧੀ ਬਣ ਜਾਂਦੀ ਹੈ। ਨਾਲੇ ਰਿਟਰਨ ਇਨਕਮ ਜਿਹੜੀ ਤੁਸੀਂ ਆਪਾਂ ਡਿਪਾਰਟਮੈਂਟ ਰਿਟਰਨ ਭਰਦੇ ਹੋ, ਉਹ ਬਹੁਤ ਟਰਾਂਸਪੇਰੈਂਟ ਚੀਜ਼ ਹੈ। ਵੈਸੇ ਹੀ ਦੱਸਣਾ ਥਰਡ ਸੈਕੰਡ ਜੀ, ਇੱਕ ਮਿੰਟ ਬੋਲ ਰਿਹਾ ਮੈਂ ਬੋਲ ਰਿਹਾ ਇੱਕ ਮਿੰਟ ਬੋਲਣ ਦਿਓ ਇਹਨਾਂ ਨੂੰ। ਹਾਂਜੀ, ਤੁਹਾਡਾ ਤੁਸੀਂ ਦਿਓ ਆਪਣਾ। ਉਹ ਰਿਕਸ਼ਾ ਲੈ ਕੇ ਸ਼ਹਿਰ ਜਾਂਦੇ ਨੇ ਜੀ, ਜੇ ਅਸੀਂ ਬਾਹਰਲੇ ਸੀ ਮੀਟਿੰਗ ਜਾਂਦੇ ਆ, ਉਹ ਤੁਹਾਨੂੰ ਇੱਕ ਮਿੰਟ ਬੋਲਣ ਦਿਓ। ਨਹੀਂ ਪਲੀਜ਼ ਚਲੋ, ਜਾਂ ਤੁਸੀਂ ਬੋਲੇ ਸੀ ਵਿੱਚ ਇੰਟਰਪਟ ਨਹੀਂ ਕੀਤਾ ਉਹਨੂੰ। ਰਿਕਸ਼ਾ ਵਾਲੀ ਜਿਹੜੀ ਫੋਟੋਗ੍ਰਾਫ ਹੈ ਨਾ ਜੀ, ਉਹ ਹੈਗੀ ਹੈ ਆਪਣੀ ਸੰਡੇ ਮਾਰਕੀਟ ਦੀ। ਉੱਥੇ ਵੈਸੇ ਵੀ ਤੁਸੀਂ ਵਹੀਕਲ ਲੈ ਕੇ ਜਾਓਗੇ ਨਾਲ, ਜੇ ਤੁਹਾਡੇ 4 ਸਮਰਥਨ ਹੋਣਗੇ। ਠੀਕ ਹੈ, ਓਕੇ, ਗੱਲ ਕਰਾਂਗੇ ਤੇ ਹੋਰ ਲੋਕ ਵੀ ਖੜੇ ਨੇ, ਆਮ ਲੋਕ ਖੜੇ ਨੇ, ਉਹਨਾਂ ਨੂੰ ਜਾਣਦੇ ਆ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਭਾਈ ਸਾਹਿਬ, ਕੀ ਨਾ ਤੁਹਾਡਾ? ਹਾਂਜੀ, ਵਿਨੀਤ ਸਹਿਗਲ ਹੈ ਜੀ, ਮੈਂ ਇੱਕ ਆਮ ਨਾਗਰਿਕ ਆ। ਪਰ ਜਦ ਦੀ ਕਾਂਗਰਸ ਸਰਕਾਰ ਆਈ ਹੈ, ਆਪਣਾ ਸ਼ਹਿਰ ਸਿਰਫ ਧਰਨੇ ਦਾ ਸ਼ਹਿਰ ਰਹਿ ਗਿਆ। ਨਰਸਾਂ ਦਾ ਧਰਨਾ, ਅਧਿਆਪਕਾਂ ਦਾ ਧਰਨਾ, ਕਾਂਗਰਸ ਦਾ ਧਰਨਾ, ਧਰਨੇ ਨਾ ਦਿਖਣ, ਇਸ ਕਰਕੇ ਧਾਰਾ 144 ਲਾਤੀ, ਉਹਨਾਂ ਨੂੰ ਬਾਹਰ ਬਿਠਾਤਾ। ਕਿਉਂਕਿ ਲੋਕਾਂ ਦੀ ਆਵਾਜ਼ ਜਾਂਦੀ ਸੀਗੀ। ਇਸ ਕਰਕੇ ਕਿ ਹਾਂ, ਹੁਣ ਇਹ ਜਿਹੜੇ ਸਟੇਟ ਦੇ ਇਲੈਕਸ਼ਨ ਆ ਤੇ MP ਦੇ ਇਲੈਕਸ਼ਨਾਂ ਨਾ ਫਰਕ ਪਵੇ, ਇਸ ਕਰਕੇ ਧਰਨੇ ਚੱਕੇ ਬਾਹਰ ਕਰਾਤੇ। ਅਧਿਆਪਕਾਂ ਨੂੰ 3 ਸਾਲ ਦੀ ਪ੍ਰੋਮੋਸ਼ਨ, ਜਿਹੜੇ 50,000 ਲੈ ਰਹੇ ਸੀਗੇ, 15,000 ਤੇ ਲੈ ਰਹੇ। ਕਿਸੇ ਨੇ ਹੋਮ ਲੋਨ ਲਿਆ, ਕਿਸੇ ਨੇ ਆਪਣੇ ਬੱਚਿਆਂ ਨੂੰ ਪਾਲਣਾ, ਉਹ ਕਿੱਥੋਂ ਪਾਲੇਗਾ? ਉਹਨਾਂ ਨੇ ਮਖੌਲ ਕੀਤਾ ਸਿਰਫ, ਹੋਰ ਕੁਝ ਨਹੀਂ ਕੀਤਾ। ਮਜ਼ਾਕ ਕੀਤਾ ਜਾ ਰਿਹਾ ਅਧਿਆਪਕਾਂ ਨਾਲ, ਮੁਲਾਜ਼ਮਾਂ ਨਾਲ। ਇੱਥੇ ਜੀ ਸਾਡੇ ਕੋਈ ਹੱਕ ਨਹੀਂ ਹੈਗੇ। ਜਿਸ ਧਰਤੀ ਦੇ ਉੱਤੇ ਅਧਿਆਪਕ ਰੋਲਿਆ ਜਾਵੇ, ਉਹ ਦੇਸ਼ ਕਦੇ ਕਾਮਯਾਬ ਨਹੀਂ ਹੋ ਸਕਦਾ। ਅਸੀਂ ਦਾਅਵੇ ਨਾ ਕਹਿੰਦੇ ਆ ਗੱਲ। ਇੱਕ ਗੱਲ ਸਿੱਧੀ ਇਹ ਦੱਸਣਾ ਚਾਹੁੰਦੇ ਹਾਂ, ਇਹ ਕਹਿੰਦੇ ਨੇ ਵੀ ਅਸੀਂ ਜੀ 2 ਸਾਲ ਦਾ ਪ੍ਰੋਬੇਸ਼ਨ ਲਾਤਾ। ਮੈਂ ਕੰਪਿਊਟਰ ਟੀਚਰ ਹਾਂ, ਸਾਨੂੰ ਲਿਖ ਕੇ ਦਿੱਤਾ ਦੀ ਸਾਰਾ ਕੁਝ ਵੀ CSR ਰੂਲ ਲਾਗੂ ਹੋਣਗੇ, ਪਰ ਇਹਨਾਂ ਨੇ ਉਹ CSR ਲਿਖ ਕੇ ਦਿੱਤੇ ਹੋਏ ਸਾਨੂੰ ਦਿੱਤੇ ਨਹੀਂ ਅੱਜ ਤੱਕ। ਹਰ ਵਾਰ ਮੁੱਕਰ ਜਾਂਦੇ ਨੇ। ਕਦੇ ਕਿਹੜੀ ਸਰਕਾਰ ਆ ਗਈ, ਕਦੇ ਕਿਹੜੀ ਆ ਗਈ। ਗੱਲ ਕਰਦੇ ਆ ਹੋਰ ਇੱਥੇ ਸਾਡੇ ਨਾਲ ਅਧਿਆਪਕ ਆਗੂ ਨੇ, ਉਹਨਾਂ ਜਾਣਦੇ। ਹਾਂਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਬੜੀ ਦੇਰ ਤੋਂ ਗੱਲ ਚੱਲ ਰਹੀ ਹੈ ਕਿ ਅਧਿਆਪਕਾਂ ਨਾਲ ਜੋ ਵਧੀਕੀ ਹੋਈ ਹੈ, ਮੈਂ ਇਕੱਲੇ ਅਧਿਆਪਕਾਂ ਦੀ ਗੱਲ ਨਹੀਂ ਕਰਦਾ। ਮੈਂ ਕਹਿੰਦਾ ਇੱਥੇ ਵਿਦਿਆਰਥੀਆਂ ਨਾਲ ਬਹੁਤ ਵਧੀਕੀ ਹੋ ਰਹੀ ਹੈ। ਇਸ ਟਾਈਮ ਜਿਹੜੀਆਂ 1 ਸਾਲ ਪਹਿਲਾਂ ਵਰਦੀਆਂ ਬੱਚਿਆਂ ਨੂੰ ਮਿਲੀਆਂ ਸੀਗੀਆਂ, ਉਹ ਹੁਣ ਮਿਲ ਰਹੀਆਂ ਨੇ। ਹਰ ਰੋਜ਼ ਅਖਬਾਰ ਭਰੇ ਹੁੰਦੇ ਨੇ ਕਿ ਉਹ ਵਰਦੀਆਂ ਬੱਚਿਆਂ ਦੇ ਪਾਉਣ ਯੋਗ ਨਹੀਂ ਹੈਗੀਆਂ, ਉੱਥੇ ਕੋਈ ਨਹੀਂ ਬੋਲ ਰਿਹਾ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚੋਂ ਹਰ ਰੋਜ਼ ਜਹਾਜ਼ ਭਰੇ ਜਾ ਰਹੇ ਨੇ ਵਿਦੇਸ਼ਾਂ ਨੂੰ। ਜਿੰਨਾ ਸਾਡਾ ਇੰਟੈਲੀਜੈਂਸੀ ਹੈ ਉਹ ਬਾਹਰ ਜਾ ਰਿਹਾ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਮੁਲਕ ਹੈਗਾ ਜਿਹੜਾ ਕਿਹੋ ਜਿਹੇ ਬਸ਼ਿੰਦੇ ਇੱਥੇ ਰੱਖਣੇ ਚਾਹੁੰਦਾ। ਪ੍ਰੋਫੈਸਰ ਨਿਰਮਲ ਸਿੰਘ ਤੋਂ ਜਾਣਦੇ ਆ, ਵੱਖ-ਵੱਖ ਮੁੱਦੇ ਉਹਨਾਂ ਸੁਣਿਆ, ਉਹਨਾਂ ਦਾ ਕੀ ਟੇਕ ਹੈ ਸਾਰੇ ਮਾਮਲੇ ਤੇ? ਦੋਸਤੋ, ਮੈਂ ਤੇ ਬਸ ਇੱਕ ਹੀ ਗੱਲ ਕਹਿਣੀ ਹੈ ਕਿ ਫਿਰ ਉੱਥੇ ਹੀ ਆ ਅਸੀਂ ਆਪਣੇ ਜਿਹੜੀ ਹੁਣ ਦੀ ਨਾ ਘੜੀ ਆ ਵੀ ਇਲੈਕਸ਼ਨ ਕਿਵੇਂ ਜਿੱਤ ਜੀਏ, ਉਹਦੇ ਤੇ ਫਿਕਸਡ ਆ। ਅਸੀਂ ਨਹੀਂ ਸੋਚ ਰਹੇ ਕਿ ਸਾਡੀ ਆਉਣ ਵਾਲੇ ਸਮੇਂ 'ਚ ਕੀ ਹਾਲਤ ਹੋਣੀ ਆ। ਇਹ ਭਾਈ ਸਾਹਿਬ ਹੁਣੇ ਗੱਲ ਕਰ ਰਹੇ ਸੀ, ਪਿਛਲੇ ਸਾਲ ਜਿਹੜੇ ਸਾਡੇ ਪੰਜਾਬ ਦੇ ਵਿੱਚੋਂ ਬੱਚੇ ਬਾਹਰ ਗਏ ਆ, ਉਹਨਾਂ ਦਾ ਟੋਟਲ ਤਕਰੀਬਨ 26,000 ਕਰੋੜ ਰੁਪਇਆ 1 ਸਾਲ ਦੀ ਸਾਡੀ ਆਊਟਫਲੋ ਹੋਈ ਆ। ਇੱਕ ਸਟੇਟ ਵਿੱਚੋਂ 26,000 ਕਰੋੜ ਰੁਪਇਆ ਜਦੋਂ ਜਾਂਦਾ ਤਾਂ ਇਹ ਸਮਝ ਲਓ ਸਾਡੇ ਸਭ ਤੇ ਅਸਰ ਹੁੰਦਾ। ਮੇਰੀ ਤੇ ਇਹੀ ਬੇਨਤੀ ਹੈ ਕਿ ਦੋਸਤੋ, ਇਹ ਨਿੱਕੀਆਂ ਗੱਲਾਂ ਛੱਡ ਕੇ ਤੇ ਠੀਕ ਥਾਂ ਤੇ ਆ ਜਾਓ। ਬਰੀਫ ਚ ਲੈਣੇ ਆ ਅਸੀਂ ਬਰੀਫ ਚ ਨਵਾਂ ਜਿਹੜਾ MP ਬਣਨ ਜਾ ਰਿਹਾ, ਉਹਨਾਂ ਤੋਂ ਕੀ ਐਕਸਪੈਕਟੇਸ਼ਨ ਹੈਗੀਆਂ ਨੇ ਤੁਹਾਡੇ? ਹਾਂਜੀ, ਮੈਂ ਪੁੱਛਣਾ ਚਾਹੁੰਦਾ ਬਈ, ਇਸ ਵੇਲੇ ਅਸੀਂ ਪਟਿਆਲੇ 'ਚ ਰਹਿੰਦੇ ਹੈਗੇ ਆ। ਪਟਿਆਲੇ ਦੇ MP ਤੋਂ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਪਹਿਲੇ ਹੈਗੇ ਨੇ ਉਹਨਾਂ ਨੇ ਕੀ ਕੀਤਾ। ਉਸ ਤੋਂ ਪਹਿਲੇ ਮਹਾਰਾਣੀ ਸਾਹਿਬ ਆ ਰਹੇ ਸੀ, ਉਹਨਾਂ ਨੇ ਕੀ ਕੀਤਾ। ਇਹ ਸਾਰੇ ਕਹਿੰਦੇ ਡਿਵੈਲਪਮੈਂਟ ਕੀਤੀ। ਸ਼ੇਰਾਂ ਵਾਲੇ ਗੇਟ ਤੋਂ ਲੈ ਕੇ ਦਾਲਤ ਬਾਜ਼ਾਰ ਤੱਕ ਚਲੇ ਜਾਓ, ਉਧਰੋਂ ਲੋਹਰੀ ਗੇਟ ਤੱਕ ਚਲੇ ਜਾਓ, ਤ੍ਰਿਪੜੀ ਤੱਕ ਚਲੇ ਜਾਓ, ਕੋਈ ਇੱਕ ਸੜਕ ਬਣੀ ਹੋਈ ਦਿਖਾ ਦਿਓ ਕਿਸੇ ਬੰਦੇ ਦੀ ਡਿਵੈਲਪਮੈਂਟ ਕੀਤੀ ਹੈ। ਜਿਹੜੀ ਟਾਇਲਾਂ ਲੱਗੀਆਂ ਸੀ ਸਰ, ਉਹ ਜੋ ਉਖਾੜ ਕੇ। ਹਾਂਜੀ, ਕੀ ਕਹਿਣਾ ਚਾਹੁੰਦੇ? ਸਰ ਜੀ, ਮੈਨੇ ਨਾ 2017 ਦਾ ਸਗਨ ਸਕੀਮ ਫਾਰਮ ਭਰ ਕੇ ਮੈਨੇ 2017 ਦਾ ਦਿੱਤਾ ਪਿਆ, ਮੈਨੂੰ ਹਲੇ ਤੱਕ ਨਹੀਂ ਮਿਲਿਆ। ਮੇਰੀ ਬਿਟੀਆ ਦੇ ਘਰ 2 ਬੱਚੇ ਵੀ ਹੋ ਗਏ ਜੀ।
ਠੀਕ ਹੈ ਹੋਰ ਗੱਲ ਕਰਾਂਗੇ ਇੱਥੇ ਹੋਰ ਵੀ ਹੈਗੇ ਨੇ ਪਟਿਆਲਾ ਸ਼ਹਿਰ ਦੇ। ਹਾਂਜੀ ਪਟਿਆਲਾ ਸ਼ਹਿਰ, ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਗੁਰਜੀਤ ਸਿੰਘ ਆ ਜੀ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਅਸੀਂ ਆਗੂ ਆਂਗੇ ਜੀ। ਹਾਂਜੀ ਹਾਂਜੀ ਸਰ ਅਸੀਂ ਗੱਲ ਕਰ ਰਹੇ ਹਾਂ ਅਸੀਂ ਕੈਪਟਨ ਸਰਕਾਰ ਦੀ। ਜਦੋਂ ਤੋਂ ਆਏ ਨੇ ਉਦੋਂ ਦੀ ਲੋਕਾਂ ਨੂੰ ਕੁੱਟਿਆ ਜਾ ਰਿਹਾ ਤੇ ਲੁੱਟਿਆ ਜਾ ਰਿਹਾ। ਗੱਲ ਅਸੀਂ ਕਰਦੇ ਹਾਂਗੇ ਮਿਡ ਡੇ ਮੀਲ ਵਰਕਰਾਂ ਦੀ। ਮਿਡ ਡੇ ਮੀਲ ਵਰਕਰਾਂ ਨੂੰ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਤਨਖਾਹ ਦਿੱਤੀ ਜਾ ਰਹੀ ਆ, ਜਦ ਕਿ ਪੰਜਾਬ ਦੇ ਵਿੱਚ 1700 ਰੁਪਈਆ, ਹਰਿਆਣੇ ਦੇ ਵਿੱਚ 3500 ਰੁਪਈਆ, ਕੇਰਲਾ ਦੇ ਵਿੱਚ 6500 ਰੁਪਈਆ, ਤਾਮਿਲਨਾਡੂ ਦੇ ਵਿੱਚ 7500 ਰੁਪਈਆ ਤੇ ਪਾਂਡੀਚੇਰੀ ਦੇ ਵਿੱਚ ਵੀ 9500 ਰੁਪਈਆ। ਜੇ ਅਸੀਂ ਇੱਕ ਪਾਸੇ ਕਹਿੰਦੇ ਸਾਡਾ ਜਿਹੜਾ ਪੰਜਾਬ ਆ ਬੜਾ ਅਮੀਰ ਆ, ਪਰ ਇਹਦੇ ਲੋਕ ਗਰੀਬ ਨੇ। ਤੇ ਦੂਜੀ ਗੱਲ ਅਸੀਂ ਕਰਦੇ ਹਾਂਗੇ ਕਰਮਚਾਰੀ ਜਿਹੜੇ ਆਸ਼ਾ ਵਰਕਰ ਨੇ, ਆਸ਼ਾ ਵਰਕਰਾਂ ਨੂੰ ਅਜੇ ਤੱਕ ਤਨਖਾਹ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਇਨਸੈਂਟਿਵ ਦਿੱਤਾ ਜਾਂਦਾ। ਉਹ ਹੈ ਕੀ ਆ, ਪਿੰਡਾਂ ਦੇ ਵਿੱਚ ਬੁੱਧਵਾਰ ਨੂੰ ਟੀਕੇ ਲਾਉਂਦੇ ਨੇ ਤੇ 11 ਤਰੀਕ ਨੂੰ ਅਸੀਂ ਦੱਸਣਾ ਚਾਹੁੰਦੇ ਹਾਂਗੇ ਇੱਥੋਂ ਦੇ ਲੋਕਾਂ ਨੂੰ। 11 ਤਰੀਕ ਨੂੰ ਅਸੀਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਬਹੁਤ ਵੱਡਾ ਅਸੀਂ ਪਟਿਆਲੇ ਦੇ ਵਿੱਚ ਇਕੱਠ ਕਰ ਰਹੇ ਹਾਂ, ਅਸੀਂ ਰੈਲੀ ਕਰਾਂਗੇ। ਠੀਕ ਹੈ ਜੀ, ਤੁਹਾਡਾ ਲੈ ਲਿਆ ਪੁਆਇੰਟ, ਤੁਹਾਡਾ ਪੁਆਇੰਟ ਲੈ ਲਿਆ। ਲੋਕਾਂ ਦੇ ਮਸਲੇ ਨੇ ਜਿਹੜੇ ਲੈ ਕੇ ਆਵਾਂਗੇ ਜੀ। ਨਿੱਪੀ ਜੀ ਤੋਂ। ਹਾਂਜੀ ਨਿੱਪੀ ਜੀ। ਗੱਲ ਇਹ ਹੈ ਜੀ, ਪਟਿਆਲੇ ਦੀ ਡਿਵੈਲਪਮੈਂਟ ਤਾਂ ਜਿਹੜਾ ਹੈ ਉਹ ਦਿਖ ਹੀ ਰਹੀ ਹੈ, ਇਹਨਾਂ ਨੇ ਦੱਸਣ ਦੀ ਲੋੜ ਨਹੀਂ। ਮੈਨੂੰ ਲੱਗਦਾ ਵੀ ਜਿਹੜੀਆਂ ਸੜਕਾਂ ਇਹਨਾਂ ਨੇ ਗਣਾਈਆਂ ਨੇ ਉਸ ਕਿਸੇ ਸੜਕ ਤੇ ਬੰਦੇ ਇਹਨਾਂ ਦਾ ਆਵਾਜਾਈ ਉੱਥੇ ਹੈ ਨਹੀਂ। ਅੱਜ ਜਾ ਕੇ ਦੇਖਣ ਜਾ ਕੇ ਉੱਥੇ ਲੋਕ ਜਿਵੇਂ ਸ਼ੇਰੇ ਪੰਜਾਬ ਮਾਰਕੀਟ ਹੈ, ਕੋਈ ਵੀ ਇਲਾਕਾ ਹੈਗਾ ਟੋਟਲ ਪਾਈਪਲਾਈਨ ਪਾ ਕੇ ਸੜਕਾਂ ਬੰਦ ਹੋ ਚੁੱਕੀਆਂ ਨੇ, ਨਾਲੀਆਂ ਬੰਦ ਨੇ। ਲੋਕਾਂ ਨੂੰ ਇਸ ਟਾਈਮ ਹੁਣ ਸਮਝ ਆ ਚੁੱਕੀ ਹੈ, ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਔਰ ਬਰਗਾੜੀ ਕਾਂਡ ਕਰਕੇ ਅੱਜ ਇਹਨਾਂ ਦੇ ਮੁੱਖ ਮੰਤਰੀ ਜਿਹੜੇ ਸਾਬਕਾ ਸੀਗੇ ਉੱਥੇ ਤਾਂ ਅੱਜ ਤੱਕ ਨਹੀਂ ਵੜ ਸਕੇ। ਅਬਲੋਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਤੇ ਐਲੀਗੇਸ਼ਨ ਲੱਗ ਰਿਹਾ। ਜਿਹੜਾ ਬਰਗਾੜੀ ਕਾਂਡ ਹੈ ਜੀ, ਉਹਦਾ ਸਾਰਾ ਕੁਝ ਨੰਗਾ ਹੋ ਗਿਆ, ਸਾਰਾ ਕੁਝ ਸਾਹਮਣੇ ਆ ਗਿਆ। ਉੱਥੇ ਜਿਹੜਾ ਧਰਨਾ ਲਵਾਇਆ ਸੀ ਉਹ ਕਿਹਨੇ ਲਵਾਇਆ, ਉਹ ਕਿਵੇਂ ਚੁਕਾਇਆ ਗਿਆ, ਸਾਰੀ ਗੱਲ ਸਾਹਮਣੇ ਆ ਗਈ। ਆ ਜਿਹੜੀ ਸਿੱਟ ਦੀ ਵਿੱਚ ਇਹਨਾਂ ਨੇ ਪਹਿਲੀ ਕੋਰਟ ਦੇ ਵਿੱਚ ਰਿਪੋਰਟ ਦਾਖਲ ਕੀਤੀ ਹੈ 90 ਦਿਨ ਦੇ ਅੰਦਰ, ਜਿਹੜੀ ਮਜਬੂਰੀ ਹੁੰਦੀ ਆ ਕਰਨੀ, ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆ ਗਿਆ। ਕਿਤੇ ਅਕਾਲੀ ਦਲ ਦਾ ਕੋਈ ਕਿਸੇ ਤਰ੍ਹਾਂ ਦਾ ਜ਼ਿਕਰ ਨਹੀਂ, ਕੋਈ ਗੱਲ ਨਹੀਂ। ਔਰ ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ, ਇਹ ਗੱਲ ਕਰ ਰਹੇ ਨੇ ਕਹਿੰਦੇ ਤੁਸੀਂ ਮੋਦੀ ਦੇ ਨਾਂ ਤੇ ਵੋਟ ਮੰਗਦੇ ਹੋ। ਇਹਨਾਂ ਦਾ ਤਾਂ ਪ੍ਰਧਾਨ ਮੰਤਰੀ ਕੋਈ ਨਹੀਂ ਹੈ, ਇਹ ਦੱਸਣ। ਸਾਡਾ ਤਾਂ ਮੋਦੀ ਪ੍ਰਧਾਨ ਮੰਤਰੀ ਹੈ, ਉਹਦੇ ਨਾਂ ਦੀ ਅਸੀਂ ਗੱਲ ਕਰ ਰਹੇ ਹਾਂ। ਤੇ ਮੈਂਬਰ ਪਾਰਲੀਮੈਂਟ ਇਹਨਾਂ ਦੀ ਪਹਿਲਾਂ 15 ਸਾਲ ਰਹੀ ਹੈ, ਉਹਦੀ ਇਹਨਾਂ ਨੇ ਕੋਈ ਰਿਪੋਰਟ ਨਹੀਂ ਦਿੱਤੀ। ਇੱਕ ਮੈਂ ਲਾਸਟ 'ਚ ਹੋਰ ਜ਼ਰੂਰੀ ਪੁੱਛਣਾ ਚਾਹੁੰਦਾ, ਅੱਜ ਤੱਕ 40-50 ਸਾਲ 'ਚ ਸਰਕਾਰਾਂ ਦੇਖੀਆਂ ਨੇ, ਪਹਿਲੀ ਸਰਕਾਰ ਹੈ ਜਿਹਨੇ ਟੀਚਰਾਂ ਦੇ ਜਿਹੜੇ 45,000 ਦੀ ਥਾਂ ਤੇ 15 ਕਰਿਆ, ਤੇ ਜਿਹਦੇ ਰਾਜ ਦੇ ਵਿੱਚ ਨਰਸਾਂ ਉੱਪਰੋਂ ਛੱਤਾਂ ਤੋਂ ਛਾਲਾਂ ਮਾਰ ਕੇ ਡਿੱਗੀਆਂ। ਅੱਜ ਤੱਕ ਕਦੇ ਇਤਿਹਾਸ 'ਚ ਨਹੀਂ ਹੋਇਆ ਇੰਨਾ ਮਾੜਾ। ਹਾਂ ਹੋਰ ਗੱਲ ਕਰਦੇ ਆ ਇੱਥੋਂ। ਮੇਰਾ ਕੁਐਸਚਨ ਇਹ ਹੈ ਕਿ ਅੱਜ ਤੁਸੀਂ ਪਟਿਆਲਾ ਦੀ ਰਿਪਰੈਜ਼ੈਂਟੇਸ਼ਨ 10 ਸਾਲ ਕੀਤੀ ਹੈ, ਜਦੋਂ ਪਟਿਆਲਾ ਦੀ ਵਿਕਾਸ ਦੇ ਲਈ 2 ਤੋਂ ਲੈ ਕੇ 7 ਤੱਕ ਪੀਡੀਏ ਬਣਾਈ ਗਈ ਸੀ, ਪਟਿਆਲਾ ਡਿਵੈਲਪਮੈਂਟ ਅਥਾਰਟੀ, ਉਹਦੇ 'ਚ ਜਿਹੜਾ 500 ਕਰੋੜ ਰੁਪਈਆ ਜਦੋਂ ਗਿਆ ਸੀ 2000, ਤੁਸੀਂ ਉਹ ਪੈਸਾ ਪਟਿਆਲਾ ਪੀਡੀਏ ਭੰਗ ਕਰਕੇ ਤੁਸੀਂ ਮੋਹਾਲੀ ਸ਼ਿਫਟ ਕਰਤਾ ਔਰ ਮੋਹਾਲੀ ਤੋਂ ਬਠਿੰਡੇ ਲੈ ਗਏ। ਕੀ ਇਹ ਪਟਿਆਲਾ ਨਾਲ ਮਤਰੇਬ ਮਾਂ ਵਰਗਾ ਵਿਵਹਾਰ ਨਹੀਂ ਸੀਗਾ? ਅਕਾਲੀ ਦਲ ਤੋਂ ਲੈ ਲੈ। ਹਾਂਜੀ। ਡਾਕਟਰ ਗਾਂਧੀ ਨੇ 5 ਸਾਲ ਪਹਿਲਾਂ ਐਮਪੀ ਬਣਨ ਤੋਂ ਬਾਅਦ ਜੋ ਇੱਕ ਡਰਾਮਾ ਕੀਤਾ ਸੀ ਕਿ ਮੈਂ ਇੱਕ ਪਿੰਡ ਨੂੰ ਮੈਂ ਗੋਦ ਵਿੱਚ ਲੈ ਰਿਹਾ, 5 ਸਾਲ ਹੋ ਗਏ, ਜਾ ਕੇ ਦੇਖੋ ਉਸ ਪਿੰਡ ਦਾ ਹਾਲ ਕੀ ਕੀਤਾ ਪਿਆ। ਉਹ ਕੀ ਪੰਜਾਬ ਪਟਿਆਲਾ ਸੁਧਾਰੇਗਾ? ਡਾਕਟਰ ਗਾਂਧੀ ਦੇ ਨੁਮਾਇੰਦੇ ਤੋਂ ਪੁੱਛਦੇ ਆ, ਚਤਨਿਆ ਤੋਂ, ਕੀ ਕਹਿਣਾ ਚਾਹੁੰਦੇ ਜਿਹੜਾ ਪਿੰਡ ਗੋਦ ਚ ਲਿਆ ਸੀਗਾ ਮਰੋੜੀ ਪਿੰਡ? ਮਰੋੜੀ ਪਿੰਡ ਦੀ ਡਿਵੈਲਪਮੈਂਟ ਤੁਸੀਂ ਇਹ ਦੇਖੋ। ਇਹਨਾਂ ਨੂੰ ਦੂਸਰੀ ਗੱਲ, ਨਾ ਇਹਨਾਂ ਨੂੰ ਇਹ ਪਤਾ ਵੀ ਉੱਥੇ ਕੀ ਵਿਕਾਸ ਕੀਤਾ ਗਿਆ, ਕੀ ਚੀਜ਼ ਦਿੱਤੀ ਗਈ ਹੈ। ਇਹ ਤਾਂ ਇਲੌਜੀਕਲ ਗੱਲ ਹੈ। ਤੁਸੀਂ ਐਂ ਕਹੀ ਚੱਲੋ ਵੀ ਉਸ ਪਿੰਡ 'ਚ ਇਹ ਨਹੀਂ ਹੋਇਆ, ਉਸ ਪਿੰਡ 'ਚ ਉਹ ਨਹੀਂ ਹੋਇਆ। ਸਾਡੇ ਕੋਲ ਆਂਕੜੇ ਰਿਕਾਰਡ ਹੈ, ਔਨ ਰਿਕਾਰਡ ਬੋਲਦੇ ਆ। ਠੀਕ ਹੈ। ਮੇਅਰ ਸਾਹਿਬ ਤੋਂ ਪੁੱਛਦੇ ਆ, ਸਾਬਕਾ ਮੇਅਰ ਨੇ 500 ਕਰੋੜ ਜਿਹੜਾ ਪੀਡੀਏ ਦਾ ਚਲਾ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਬੜਾ ਇਹਨਾਂ ਨੇ ਜ਼ੋਰ ਲਾ ਕੇ ਕਿਹਾ ਕਿ ਮਹਾਰਾਣੀ ਸਾਹਿਬ ਨੇ ਆਪਣਾ ਐਮਪੀ ਲੈਡ ਫੰਡ ਜਿਹੜਾ ਖਰਚ ਕਰ ਦਿੱਤਾ। ਉਹ ਤਾਂ ਚਲੋ ਕਰਤਾ, ਮੈਨੂੰ ਦਿਓ ਮੈਂ ਖਰਚ ਕਰ ਦਾਂਗਾ, ਕਿਸੇ ਨੂੰ ਵੀ ਦੇ ਦਿਓ 75,000 ਰੁਪਏ 75 ਕਰੋੜ ਰੁਪਏ 15 ਸਾਲ ਦੇ ਵਿੱਚ ਕਰਤਾ। ਨਵਾਂ ਕੀ ਲੈ ਕੇ ਆਏ ਪੰਜਾਬ ਵਾਸਤੇ? ਨਵਾਂ ਕਿਹੜਾ? ਪੀਡੀਏ ਦਾ ਫੰਡ ਵਾਪਸ ਚਲਾ ਗਿਆ। ਕੋਈ ਪੀਡੀਏ ਦਾ ਫੰਡ ਨਹੀਂ ਵਾਪਸ ਗਿਆ, ਕੁਝ ਨਹੀਂ ਗਿਆ। ਕਹਿਣ ਨੂੰ ਜੋ ਮਰਜ਼ੀ ਕਹੀ ਚਲੋ, ਹਰ ਚੀਜ਼ ਪਟਿਆਲੇ ਲੱਗੀ ਹੈ। ਪਟਿਆਲੇ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਈ ਹੈ ਅਕਾਲੀ ਦਲ ਦੇ ਸਮੇਂ ਤੇ ਹੋਈ ਹੈ, ਜਿੰਨੀਆਂ ਸੜਕਾਂ ਚੌੜੀਆਂ ਹੋਈਆਂ ਪਟਿਆਲੇ ਦੀਆਂ ਅਕਾਲੀ ਦਲ ਦੇ ਸਮੇਂ ਹੋਈਆਂ। ਮੇਰੀ ਸੈਕਟਰੀਏਟ ਪਟਿਆਲੇ ਬਣਿਆ। ਇੱਕ ਰਖੜਾ ਸਾਹਿਬ ਦੀ ਦੇਖੋ, ਰਖੜਾ ਸਾਹਿਬ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ ਨੇ। ਉਹਨਾਂ ਨੇ ਪਹਿਲਾਂ ਇਹ ਗੱਲ ਦਾ ਐਲਾਨ ਕਰਿਆ ਵੀ ਜਿੰਨੀ ਮੇਰੀ ਤਨਖਾਹ ਹੋਊਗੀ ਉਹਨੇ ਆਪਣੀ ਜੇਬ ਦੇ ਵਿੱਚੋਂ ਕੋਲੋਂ ਪੈਸੇ ਪਾ ਕੇ ਮੈਂ ਲੋਕਾਂ ਦੇ ਭਲੇ ਲਈ ਲਾਉਂਗਾ। ਆ ਨਾਲ ਪੈਫਲੇਟ ਕੱਢਿਆ, ਉਹਦੇ ਵਿੱਚ ਰਖੜਾ ਪਰਿਵਾਰ ਨੇ ਜਿੰਨੇ ਕਰੋੜਾਂ ਰੁਪਈਆ ਆਪਣੀ ਜੇਬ ਚੋਂ ਲਾਇਆ, ਉਹਦਾ ਵੀ ਚੈਲੰਜ ਕਰਦਾ ਵੀ ਇਹ ਕੋਈ ਦੱਸ ਦੇਣ ਇਹਨਾਂ ਸਰਕਾਰ ਤੋਂ ਨਹੀਂ ਲਿਆ ਕੇ ਲਾਇਆ, ਉਹਨਾਂ ਨੇ ਕੋਲੋਂ ਲਾਇਆ। ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਜੀ ਤਰੱਕੀ ਦੀ ਗੱਲ ਕਰਦੇ ਨੇ ਦੋਵੇਂ ਪਾਰਟੀਆਂ, ਕਾਂਗਰਸ ਤੇ ਅਕਾਲੀ ਦਲ ਦੇ ਜਿਹੜੇ ਐਮਐਲਏ ਐਮਪੀ ਨੇ, ਉਹਨਾਂ ਦਾ ਡਾਟਾ ਕੱਢ ਕੇ ਦੇਖੋ ਇਹਨਾਂ ਦੇ ਫੈਮਲੀਆਂ ਦੀ ਕਿੰਨੀ ਤਰੱਕੀ ਹੋਈ ਹੈ ਤੇ ਆਮ ਲੋਕਾਂ ਦੀ ਤਰੱਕੀ ਇਹ ਹੋਈ ਹੈ। ਵਿਦਿਆਰਥੀਆਂ ਨੂੰ ਇਹਨਾਂ ਨੇ ਕੁੱਟਿਆ, ਦੋਵਾਂ ਨੇ ਨਰਸਾਂ ਨੂੰ ਇਹਨਾਂ ਨੇ ਕੁੱਟਿਆ, ਟੀਚਰਾਂ ਨੂੰ ਇਹਨਾਂ ਨੇ ਕੁੱਟਿਆ। ਇਹ ਹਾਲਤ ਹੈ ਇਹਨਾਂ ਦੀ ਤਰੱਕੀ। ਸਾਡੇ ਬਸਪਾ ਦੇ ਵੀ ਕੁਝ ਸਮਰਥਕ ਉਰੇ ਆਏ ਪਏ, ਉਹਨਾਂ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਆ, ਕਿਆ ਤੁਸੀਂ ਡਾਕਟਰ ਗਾਂਧੀ ਵੱਲੋਂ ਜਿਹੜੇ ਯੂਥ ਨੂੰ ਵਿਗਾੜਨ ਲਈ ਅਫੀਮ ਤੇ ਭੁੱਕੀ ਦੀ ਖੇਤੀ ਦਾ ਸਮਰਥਨ ਕਰਦੇ ਹੋ? ਮਾਇਆਵਤੀ ਸਮਰਥਨ ਕਰਦੀ ਹੈ ਉਹਦਾ?
ਉਹ ਚਾਹੁੰਦੇ ਆ ਕਿ ਉਰੇ ਦਾ ਪੰਜਾਬ ਦਾ ਯੂਥ ਵਿਗੜੇ, ਪੰਜਾਬ ਦਾ ਯੂਥ ਨਸ਼ੇ 'ਚ ਪਵੇ। ਚੇਤਨਿਆ ਜੀ ਕੀ ਟੇਕ ਹੈ ਤੁਹਾਡਾ ਇਸ ਮਾਮਲੇ ਤੇ? ਇਹਦੇ ਉੱਪਰ ਡਾਕਟਰ ਗਾਂਧੀ ਨੇ ਕਿਹਾ ਸੀਗਾ ਕਿ ਵੀ ਜਿਹੜੇ ਰਿਆਇਤੀ ਨਸ਼ੇ ਸੀਗੇ ਨਾ, ਠੀਕ ਹੈ, ਇਹਨਾਂ ਦੇ ਪਹਿਲਾਂ ਡਿਸਪੈਂਸਰੀਆਂ 'ਚ ਈਜ਼ੀਲੀ ਅਵੇਲੇਬਲ ਕਰਨ ਨੂੰ ਇਸ ਲਈ ਕਰਵਾਓ। ਇਹ ਐਕਟ ਤਾਂ ਪਾਸ ਕਰਵਾਉਣਾ NDPS ਦੇ ਅੰਡਰ। ਉਹਦਾ ਰੀਜ਼ਨ ਇਹ ਨਹੀਂ ਕਿ ਨਸ਼ੇ 'ਚ ਲਵਾਉਣ ਲਈ, ਇਹ ਨਸ਼ੇ ਕਿਸੇ ਨੂੰ ਮਤਲਬ ਐਡਿਕਸ਼ਨ ਨਹੀਂ ਲਵਾਉਂਦਾ। ਇਨ ਵੈਰੀ ਸਮਾਲ ਅਮਾਊਂਟ, ਜਿਵੇਂ ਤੁਸੀਂ ਐ ਤਾਂ ਫਿਰ ਠੇਕੇ ਬੰਦ ਕਰਾ ਦਿਓ, ਫਿਰ ਤਾਂ ਜੇ ਨਸ਼ੇ ਦੀ ਗੱਲ ਕਰਨੀ ਹੈ। ਨਾਲੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਤੁਸੀਂ ਇੰਨੇ ਇਨਸਿਕਿਉਰ ਕਿਉਂ ਹੁੰਦੇ ਹੋ? ਮੈਂ ਕਾਂਗਰਸ ਵਾਲਿਆਂ ਨੂੰ ਦੇਣਾ, ਉਹਦੇ ਵੈਰੀ ਮਚ ਇਨਸਿਕਿਉਰ ਕਿ ਡਾਕਟਰ ਗਾਂਧੀ ਤੁਸੀਂ ਇਨਕਮ ਦੀ ਗੱਲ ਤੇ ਨਾ ਆਓ। ਇੱਕ ਮਿੰਟ, ਤੁਸੀਂ ਇਨਕਮ ਵਗੈਰਾ ਦੀ ਗੱਲਾਂ ਤੇ ਆਓ, ਤੁਸੀਂ ਪੁਆਇੰਟ ਤੇ ਆਓ, ਡਿਵੈਲਪਮੈਂਟ ਦੀ ਗੱਲ ਤੇ ਆਓ। ਅਮੀਰ ਤਾਂ ਸਾਰੇ ਨੇ। ਕਈ ਤਰ੍ਹਾਂ ਦੇ ਮੁੱਦੇ ਇੱਥੇ ਹੈਗੇ ਨੇ। ਪ੍ਰੋਫੈਸਰ ਸਾਹਿਬ ਤੋਂ ਫਾਈਨਲ ਟੇਕ ਪ੍ਰੋਫੈਸਰ ਸਾਹਿਬ ਤੋਂ ਲਾਂਗੇ। ਪ੍ਰੋਫੈਸਰ ਸਾਹਿਬ, ਸਾਰੀ ਤੁਸੀਂ ਜਿਹੜੀ ਬਹਿਸ ਸੁਣੀ ਹੈਗੀ, ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ? ਦੋਸਤੋ, ਮੇਰੀ ਤਾਂ ਇੱਕ ਹੀ ਮੈਨੂੰ ਨਜ਼ਰ ਆ ਰਹੀ ਹੈ ਵੀ ਆਪਾਂ ਹਾਲੀ ਸਭ ਆਪਣੇ ਥਾਂ ਤੇ ਖੜੇ ਹਾਂ, ਜਿਹੜੀ ਗੱਲ ਚੰਗੀ ਨਹੀਂ ਆ। ਜੇ ਅਸੀਂ ਕੋਈ ਸੁਹਿਰਦ ਹੋਈਏ, ਜੇ ਅਸੀਂ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਇਹ ਗੱਲ ਸਮਝ ਲਈਏ ਕਿ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਨਹੀਂ ਹੈ, ਜੋ ਸਾਨੂੰ ਹੁਣ ਮਾੜਾ ਲੱਗ ਰਿਹਾ ਇਸ ਤੋਂ ਜ਼ਿਆਦਾ ਮਾੜਾ ਹੋਏਗਾ। ਇਸ ਕਰਕੇ ਸਾਰੇ ਇਕੱਠੇ ਹੋ, ਕਿਸੇ ਤਰੀਕੇ ਨਾਲ ਕੋਈ ਚੰਗੀ ਰਾਏ ਬਣਾਓ, ਚੰਗੇ ਬੰਦੇ ਲਾਓ ਜਿਹੜੇ ਕੋਈ ਇੱਕ ਗੱਲ ਨਾ। ਲਿਪੀ ਜੀ ਕੀ ਕਹਿਣਾ ਚਾਹੁੰਦੇ ਹੋ? ਫਾਈਨਲ ਟੇਕ। ਮੈਂ ਕਹਿੰਦਾ ਜੀ ਲੋਕਾਂ ਨੂੰ ਵੋਟ ਉਹਨੂੰ ਪਾਉਣੀ ਚਾਹੀਦੀ ਹੈ ਜਿਹੜਾ ਈਜ਼ੀਲੀ ਅਵੇਲੇਬਲ ਹੋਵੇ। ਮਹਾਰਾਣੀ ਪਨੀਤ ਕੌਰ ਜੀ ਸ਼ਹਿਰ ਦੇ ਵਿੱਚ, ਪਟਿਆਲੇ ਜ਼ਿਲ੍ਹੇ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਬੰਦੇ ਨਾਲ ਸਿੱਧੀ ਪਹੁੰਚ, ਚਾਹੇ ਅਕਾਲੀ ਦਲ ਵਾਲੇ ਖੜੇ ਨੇ, ਇਹਨਾਂ ਨਾਲ ਵੀ ਉਹਨਾਂ ਨਿੱਜੀ ਰਾਬਤਾ ਹੈ, ਉਹਨਾਂ ਨੇ ਕੋਈ ਡਿਫਰੈਂਸ ਨਹੀਂ ਰੱਖਿਆ ਸੀਗਾ। ਈਜ਼ੀ ਅਵੇਲੇਬਿਲਟੀ ਇੱਕ ਨਵਾਂ ਪੁਆਇੰਟ ਆਇਆ, ਈਜ਼ੀ ਅਵੇਲੇਬਿਲਟੀ ਦਾ ਪੁਆਇੰਟ ਆਇਆ। ਚੇਤਨਿਆ ਜੀ, ਈਜ਼ੀ ਅਵੇਲੇਬਿਲਿਟੀ ਤੁਹਾਡੇ ਸਾਹਮਣੇ ਹੀ ਹੈ ਜੀ। ਡਾਕਟਰ ਗਾਂਧੀ ਇਜ਼ ਵੈਰੀ ਈਜ਼ੀਲੀ ਅਵੇਲੇਬਲ, ਨੋ ਡਾਊਟ। ਲੋਕ ਅੱਜ ਵੀ ਕਹਿੰਦੇ ਨੇ ਵੀ ਸੋਸ਼ਲ ਜ਼ਿਆਦਾ ਨਹੀਂ ਹੈ ਜੀ, ਬਾਹਰ ਜ਼ਿਆਦਾ ਨਹੀਂ ਆਉਂਦੇ। ਐਟਲੀਸਟ ਯੂ ਕੈਨ ਮੀਟ ਹਿਮ। ਆਪਣੇ ਦਫ਼ਤਰ ਤਾਂ ਹੈਗੇ ਨੇ, ਜਦ ਮਰਜ਼ੀ ਜਾ ਕੇ ਤੁਸੀਂ ਮਿਲ ਲਓ। ਤੁਸੀਂ ਆ ਮਤਲਬ ਕੈਪਟਨ ਪਰਿਵਾਰ ਨੂੰ ਕਿਸੇ ਜਾ ਕੇ ਮਿਲ ਕੇ ਦਿਖਾ ਦਿਓ। ਈਜ਼ੀ ਅਵੇਲੇਬਿਲਟੀ ਦੀ ਗੱਲ ਕੀਤੀ ਹੈ ਵੀ ਜਿਹੜਾ ਕੈਂਡੀਡੇਟ ਹੈ ਅਸੈਸਿਬਲ ਹੋਵੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸੁਰਜੀਤ ਸਿੰਘ ਰਖੜਾ ਦੀ ਅਵੇਲੇਬਿਲਟੀ ਬਹੁਤ ਜ਼ਿਆਦਾ ਹੈ। ਇਹ ਕਹਿੰਦੇ ਮਰਾਣੀ ਸਾਹਿਬ ਦੀ ਹੈਗੀ ਹੈ। ਸੁਰਜੀਤ ਸਿੰਘ ਰਖੜਾ ਹਰ ਬੰਦੇ ਨੂੰ ਮਿਲਦੇ ਨੇ, ਇੱਥੇ ਵੀ ਦਫ਼ਤਰ ਹੈ, ਉਹਨਾਂ ਨੂੰ ਮਿਲਣਾ ਬਹੁਤ ਹੀ ਸੌਖਾ ਹੈ ਔਰ ਉਹ ਬਹੁਤ ਹੀ ਇਮਾਨਦਾਰ ਵਿਅਕਤੀਤਵ ਦੇ ਹੈਗੇ ਨੇ ਉਹ, ਔਰ ਉਹਨਾਂ ਨੇ 100% ਇੱਥੋਂ ਜਿੱਤਣਾ ਔਰ ਇਹਨਾਂ ਦੀ ਹਾਰ ਹੋਣੀ ਹੈ। ਹਾਂਜੀ, ਮੈਂ ਇੱਕ ਗੱਲ ਕਿਸਾਨਾਂ ਦੇ ਲਾਸਟ ਕਹਿਣਾ ਚਾਹੁੰਦਾ। ਕਾਂਗਰਸ ਵਾਲਿਆਂ ਨੇ ਇਹ ਗੱਲ ਕਹੀ ਸੀ ਵੀ ਜੇ ਕੋਈ ਕਿਸਾਨ ਦੀ ਡੈਥ ਸੁਸਾਈਡ ਕਰ ਲੈਂਦਾ ਹੈ ਤਾਂ ਉਹਦਾ ਜਿਹੜਾ ਸਾਰਾ ਕਰਜ਼ਾ ਮਾਫ ਕੀਤਾ ਜਾਊਗਾ, ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਊ। 800 ਕਿਸਾਨ ਜਿਹੜਾ 2 ਸਾਲ ਦੀ ਸਰਕਾਰ 'ਚ ਮਰਿਆ, ਇੱਕ ਵਿਅਕਤੀ ਨੂੰ ਕਿਸੇ ਨੂੰ ਨੌਕਰੀ ਦਿੱਤੀ ਹੋਵੇ, ਕਿਸਾਨ ਦੇ ਪਰਿਵਾਰ ਨੂੰ, ਜਾਂ ਕਿਸੇ ਦਾ ਕਰਜ਼ਾ ਮਾਫ ਕੀਤਾ ਹੋਵੇ। ਸਾਨੂੰ ਤੇ ਪੁੱਛਣਾ ਜੀ, ਮੋਦੀ ਸਾਹਿਬ ਨੇ ਕਿਹਾ ਸੀ 15 ਲੱਖ ਹਰ ਇੱਕ ਨਾਗਰਿਕ ਦੇ ਮਤਲਬ ਕਿ ਖਾਤੇ ਵਿੱਚ ਆਏਗਾ, ਤੇ ਦੂਸਰਾ ਸਰਕਾਰੀ ਸਕੂਲ 'ਚ ਮਤਲਬ ਕਿ ਬੱਚਿਆਂ ਨੂੰ ਫ੍ਰੀ ਮਤਲਬ ਕਿ ਪੜ੍ਹਾਈ ਦਿੱਤੀ ਜਾਵੇਗੀ। ਮੇਰੇ ਘਰ ਮੇਡ ਮੇਰੀ ਕੰਮ ਕਰਦੀ ਹੈ, ਉਸਕੇ ਉਹ ਬੜੀ ਮੁਸ਼ਕਿਲ ਨਾਲ ਆਪਣੀ ਬੱਚੇ ਨੂੰ ਪੜ੍ਹਾਉਂਦੀ ਹੈ, ਉਸकी ਅਸੀਂ ਫੀਸ ਮਾਫ ਕਰਾਉਣ ਗਏ, ਕਹਿੰਦੇ ਜੀ ਇਹ ਨਹੀਂ ਹੋ ਸਕਦੀ। ਦੱਸੋ ਜੀ ਫਿਰ ਕਿਹੜੀ ਹੈ? ਚੋਣ ਚਰਚਾ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਹੋਰ ਜਾਣਕਾਰੀਆਂ ਦੇ ਨਾਲ ਤੁਸੀਂ PTC ਨਿਊਜ਼ ਤੇ ਬਣੇ ਰਹੋ। ਇਹ ਜਿਹੜੀ ਡਿਬੇਟ ਹੈਗੀ ਆਉਂਦੇ ਸਮੇਂ ਤੱਕ ਵੀ ਤੁਹਾਨੂੰ ਵੱਖ-ਵੱਖ ਕਨਸਟੀਚੁਐਂਸੀਜ਼ ਦਿਖਾਉਂਦੇ ਰਹਾਂਗੇ।